ਦੀਪ ਦੀ ਸੋਚ ਹੁੰਦੀ ਸੀ ਪੰਜਾਬ ਪੱਖੀ ਪੋਲਿਟਿਕਸ ਖੜੀ ਕਰਨ ਦੀ, ਪੰਜਾਬ ਪੱਖੀ ਸਿਆਸਤ ਖੜੀ ਕਰਨ ਦੀ। ਉਹਦੇ ਵੱਲ ਵੀ ਦੇਖੋ ਅਕਾਲ ਪੁਰਖ ਵਾਹਿਗੁਰੂ ਨੇ ਕਿੱਡੀ ਕਿਰਪਾ ਕੀਤੀ ਕਿ 13 ਜ਼ਿਲ੍ਹਿਆਂ ਦੇ ਪ੍ਰਧਾਨ ਅਨਾਉਂਸ ਹੋ ਗਏ। ਮੈਂ ਭਾਈ ਰਵੀ ਸਿੰਘ ਉਹਨਾਂ ਦੀ ਖਾਲਸਾ ਏਡ ਵਾਲਿਆਂ ਦੀ ਬਹੁਤ ਇੱਜ਼ਤ ਕਰਦਾ, ਉਹ ਅੱਜ ਦਾ ਨਹੀਂ ਕਰਦਾ। ਉਸ ਵੇਲੇ 1 ਲੱਖ ਰੁਪਈਆ ਮੈਂ ਵੀ ਖਾਲਸਾ ਏਡ ਨੂੰ ਦਿੱਤਾ ਸੀ। ਉਹ ਨੌਜਵਾਨ ਅੱਗੇ ਲੈ ਕੇ ਆਉਣੇ ਨੇ ਜਿਹੜੇ ਪੰਜਾਬ ਪ੍ਰਤੀ ਇਮਾਨਦਾਰ ਹੋਣ, ਜਿਨ੍ਹਾਂ ਦੀ ਪਿੱਠ ਦਿੱਲੀ ਵੱਲ ਹੋਵੇ, ਮੂੰਹ ਅਕਾਲ ਤਖਤ ਸਾਹਿਬ ਵੱਲ ਹੋਵੇ। ਸਿਮਰਜੀਤ ਸਿੰਘ ਮਾਨ ਦੀ ਅਨਾਉਂਸਮੈਂਟ ਹੋ ਚੁੱਕੀ ਹੈ ਸੰਗਰੂਰ ਦੀ ਸੀਟ ਤੋਂ। ਜਿੱਦਾਂ ਬਾਈ ਦੀਪ ਸਿੱਧੂ ਨੇ ਹਲਕਾ ਅਮਰਗੜ੍ਹ ਤੋਂ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਕੀਤੀ ਸੀ, ਉਹਨਾਂ ਲਈ ਪ੍ਰਚਾਰ ਕੀਤਾ ਸੀ ਕਿ ਸੰਗਰੂਰ ਦੀ ਜਿਮਨੀ ਚੋਣ ਲਈ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਸਪੋਰਟ ਭਾਈ ਪਲਵਿੰਦਰ ਸਿੰਘ ਤਲਵਾੜਾ ਤੇ ਵਾਰਸ ਪੰਜਾਬ ਦੇ ਜਥੇਬੰਦੀ ਆ ਜਿਹੜੀ ਉਹ ਕਰੂਗੀ। ਤੇ ਉਹ ਗੱਲਾਂ ਕਰਦੇ ਰਹੇ ਇੱਥੇ ਬੈਠੇ। ਹਾਂ, ਤੇ ਉਹ ਕਹਿੰਦਾ ਵੀ ਬਾਬਾ ਜੀ ਮੇਰੇ ਮਨ ਚ ਇੱਕ ਹੈ ਵੀ ਮੈਂ ਇੱਕ ਫਾਰਮ ਹਾਊਸ ਬਣਾਉਣਾ ਚਾਹੁੰਦਾ, ਵੀ ਉਸੇ ਨੂੰ ਆਪਾਂ ਇਹ ਜੇ ਦਫ਼ਤਰ ਵਰਤਿਆ ਕਰਾਂਗੇ, ਵੀ ਆਪਾਂ ਉਹ ਜਗ੍ਹਾ ਲੈਣੀ ਆ। ਤਾਂ ਉਹ ਮੇਰਾ ਇੱਕ ਰੋਡ ਤੇ ਕਿੱਲਾ, ਦੀਪ ਸਿੱਧੂ ਨੂੰ ਇਹ ਜਗ੍ਹਾ ਪਸੰਦ ਆਈ ਸੀ। ਹਾਂ, ਉਹਨੂੰ ਪਸੰਦ ਆਈ ਸੀ। ਉਹਦਾ ਕਾਰਨ ਇਹ ਸੀ, ਤੇ ਮੈਂ ਕਿਹਾ ਵੀ ਤੂੰ ਆ ਸਾਰੀ ਜਗ੍ਹਾ ਆਪਣੀਆਂ ਜਿਹੜਾ ਤੈਨੂੰ ਪਸੰਦ ਆਉਂਦਾ ਇੱਕ ਕਿੱਲਾ ਲੈ ਲਾ, ਕੋਈ ਪੈਸਾ ਨਹੀਂ ਵੀ ਤੈਨੂੰ ਉਹ। ਤੇ ਅੱਜ ਵੀ ਆਪਾਂ ਉਸ ਗੱਲ ਤੇ ਖੜੇ ਆਂ। ਬਾਈ ਦੀਪ ਸਿੱਧੂ ਦੀ ਜਿਹੜੀ ਇੱਛਾ ਸੀਗੀ ਫਾਰਮ ਹਾਊਸ ਬਣਾਉਣ ਦੀ, ਉਹ ਇੱਛਾ ਬਾਈ ਦੀਪ ਸਿੱਧੂ ਦੇ ਨਾਲ ਚਲੀ ਗਈ। ਪਰ ਜਿਹੜੀ ਤੁਸੀਂ ਉਹਨਾਂ ਨਾਲ ਕਮੈਂਟਮੈਂਟ ਕੀਤੀ, ਜ਼ਬਾਨ ਕੀਤੀ, ਉਹਨੂੰ ਤੁਸੀਂ ਪੂਰਾ ਕਰੋਗੇ। ਬਾਈ ਦੀਪ ਸਿੱਧੂ ਨੇ ਜੋ ਜ਼ਮੀਨ ਚਾਹੀ ਸੀਗੀ ਫਾਰਮ ਹਾਊਸ ਬਣਾਉਣ ਦੇ ਲਈ, ਉਹ ਜ਼ਮੀਨ ਆ ਜਿਹੜੀ ਅੱਜ ਬਾਈ ਦੀਪ ਸਿੱਧੂ ਦੇ ਨਾਂ ਦੇ ਉੱਪਰ ਜਿਹੜੀ ਹੈ ਬਹਿਮਣ ਦੀਵਾਨਾ ਜਿੱਥੇ ਦੀਪ ਪੜਿਆ, ਮੋਰਾਂ ਵਾਲੀ ਸਰਦਾਰ ਤਰਸੇਮ ਸਿੰਘ ਜਿਹੜੇ ਸਾਡੇ ਢਾਡੀ ਨੇ ਪੰਥਕ, ਉਹਨਾਂ ਦੇ ਪਿੰਡ ਕਿਵੇਂ ਨੌਜਵਾਨਾਂ ਨੇ ਦਾੜੀਆਂ ਰੱਖ ਲੀਆਂ ਸੀ, ਗੋਲ ਦਮਾਲੇ ਬੰਨਣ ਲੱਗੇ ਸੀ, ਪੀੜੀਆਂ ਪੱਗਾਂ ਦਾ ਕਿਰਾ ਪੰਜਾਬ 'ਚ ਹੜ ਆ ਗਿਆ ਸੀ। ਮੈਂ ਜਥੇਦਾਰ ਸਾਹਿਬ ਨੂੰ ਇਹ ਗੱਲ ਕਹਿ ਕੇ ਆਇਆ ਸੀ ਕਿ ਤੁਸੀਂ ਆਵਾਜ਼ ਤਾਂ ਮਾਰੋ, ਕਿ ਤੁਸੀਂ ਕੌਮ ਨੂੰ ਤੁਸੀਂ ਮਾਰੀਓ ਨਹੀਂ ਕਦੇ ਆਵਾਜ਼। ਤੇ ਅੱਜ ਜਥੇਦਾਰ ਸਾਹਿਬ ਨੇ ਹਥਿਆਰਬੰਦ ਹੋਣ ਨੂੰ ਕਹਿਤਾ ਕੌਮ ਨੂੰ, ਕਿੰਨਾ ਵਧੀਆ ਰਿਜ਼ਲਟ ਕੌਮ ਨੇ ਦਿੱਤਾ। ਸਾਰੀ ਕੌਮ ਜਥੇਦਾਰ ਸਾਹਿਬ ਦੇ ਨਾਲ ਖੜੀ ਹੈ। ਇਹ USA ਦੀ ਅੱਜ ਪੂਰੇ ਵਰਲਡ 'ਚ ਤੂਤੀ ਬੋਲਦੀ ਹੈ, ਉਹ ਕਦੇ ਕਰਕੇ ਬੋਲਦੀ ਹੈ, ਹਥਿਆਰਾਂ ਕਰਕੇ ਬੋਲਦੀ ਹੈ। ਤਾਲਿਬਾਨ ਨੇ ਇਹ ਗੱਲ ਸਿੱਧ ਕਰਤੀ ਕਿ ਸ਼ਸਤਰਨ ਕੇ ਅਧੀਨ ਹੈ ਰਾਜ। ਕਿੱਡੀਆਂ ਬੜੀਆਂ ਦੁਨੀਆ ਦੀਆਂ ਪਾਵਰਾਂ, ਰੂਸ, ਫਰਾਂਸ, ਅਮਰੀਕਾ, ਉਹਨਾਂ ਦਾ ਦੇਸ਼ ਦੱਬਣਾ ਚਾਹੁੰਦੇ ਸੀ, ਲੇਕਿਨ ਉਹਨਾਂ ਨੇ ਆਪਣੀ ਸਵੈ ਰੱਖਿਆ ਲਈ ਹਥਿਆਰ ਵਰਤੇ ਨੇ ਨਾ, ਆਪਣੀ ਸਵੈ ਰੱਖਿਆ ਲਈ ਹਥਿਆਰਾਂ ਦਾ ਇਸਤੇਮਾਲ ਕੀਤਾ, ਤੇ ਅੱਜ ਉਹ ਆਪਣਾ ਦੇਸ਼ ਆਜ਼ਾਦ ਕਰਾ ਲਿਆ ਉਹਨਾਂ ਨੇ, ਹਨਾ। ਜਿਹੜੇ ਹਥਿਆਰ ਹੁੰਦੇ ਨੇ ਇਹ ਕਿਸੇ ਨੂੰ ਮਾਰਨ ਵਾਸਤੇ ਜਾਂ ਕਿਸੇ ਨੂੰ ਡਰਾਉਣ ਵਾਸਤੇ ਨਹੀਂ ਹੁੰਦੇ। ਪੰਜਾਬ ਦੇ ਅਨਮੋਲ ਹੀਰੇ ਦੀ ਜੇਕਰ ਅਸੀਂ ਗੱਲ ਕਰ ਲਈਏ, ਵਾਰਸ ਪੰਜਾਬ ਦੇ ਜਥੇਬੰਦੀ ਬਣਾਉਣ ਵਾਲਾ ਬਾਈ ਦੀਪ ਸਿੱਧੂ ਦੀ ਜੇਕਰ ਗੱਲ ਕਰ ਲਈਏ ਤਾਂ ਦੀਪ ਸਿੱਧੂ ਦੀ ਸੋਚ ਦੇ ਉੱਪਰ ਪਹਿਰਾ ਦੇਣ ਦੀਆਂ ਗੱਲਾਂ ਬਹੁਤ ਲੋਕਾਂ ਨੇ ਕੀਤੀਆਂ ਤੇ ਬਹੁਤ ਲੋਕ ਕਰ ਰਹੇ ਨੇ। ਅੱਜ ਬਾਈ ਦੀਪ ਸਿੱਧੂ ਨੂੰ ਜੇਕਰ ਗੱਲ ਕਰ ਲਈਏ, ਇਸ ਫਾਨੀ ਸੰਸਾਰ ਤੋਂ ਗਿਆ ਨੂੰ 3 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ। ਕੌਣ ਬਾਈ ਦੀਪ ਸਿੱਧੂ ਦੀ ਸੋਚ ਦੇ ਉੱਤੇ ਅੱਜ ਤੱਕ ਖੜਾ ਹੈ ਤੇ ਕੌਣ ਨਹੀਂ ਖੜਾ ਹੈ, ਉਹ ਆਪਾਂ ਸਭ ਜਾਣਦੇ ਹਾਂ। ਸਾਡੇ ਨਾਲ ਉਹਨਾਂ ਸ਼ਖਸਾਂ ਦੇ ਵਿੱਚੋਂ ਅੱਜ ਇੱਕ ਸ਼ਖਸ ਮੌਜੂਦ ਹੈ ਜੋ ਅੱਜ ਵੀ ਬਾਈ ਦੀਪ ਸਿੱਧੂ ਦੀ ਸੋਚ ਦੇ ਉੱਪਰ ਖੜਾ ਹੈ। ਜੋ ਬਾਈ ਦੀਪ ਸਿੱਧੂ ਚਾਹੁੰਦਾ ਸੀ, ਪੋਲੀਟਿਕਸ ਚਾਹੁੰਦਾ ਸੀ ਪੰਜਾਬ ਦੇ ਫੇਵਰ ਦੀ, ਪਿੰਡ ਲਾਇਬ੍ਰੇਰੀਆਂ ਚਾਹੁੰਦਾ ਸੀ, ਵਾਤਾਵਰਨ ਪੰਜਾਬ ਦਾ ਜਿਹੜਾ ਪਹਿਲਾਂ ਵਰਗਾ ਚਾਹੁੰਦਾ ਸੀ, ਉਸ ਸੋਚ ਤੇ ਜੋ ਵਿਅਕਤੀ ਅੱਜ ਵੀ ਖੜਾ ਹੈ ਉਹ ਸਾਡੇ ਨਾਲ ਮੌਜੂਦ ਹੈ ਪਲਵਿੰਦਰ ਸਿੰਘ ਤਲਵਾੜਾ, ਜਿਹਨੂੰ ਅਕਸਰ ਲੋਕ ਕਹਿੰਦੇ ਨੇ ਬਾਬਾ ਪਲਵਿੰਦਰ ਸਿੰਘ ਤਲਵਾੜਾ। ਤਲਵਾੜਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ ਜੀ। ਤਲਵਾੜਾ ਜੀ, ਸਭ ਤੋਂ ਪਹਿਲਾਂ ਇਹ ਦੱਸੋ ਵੀ ਠੀਕ ਠਾਕ ਹੋ, ਸਿਹਤ ਤੰਦਰੁਸਤ ਹੈ ਤੁਹਾਡੀ? ਹਾਂਜੀ ਠੀਕ ਹੈ ਜੀ, ਗੁਰੂ ਸਾਹਿਬ ਦੀ ਕਿਰਪਾ ਹੈ। ਬਾਈ ਦੀਪ ਸਿੱਧੂ ਦੀ ਆਪਾਂ ਗੱਲ ਕਰ ਲਈਏ, ਜਦੋਂ ਵੀ ਬਾਈ ਦੀਪ ਸਿੱਧੂ ਦੀ ਗੱਲ ਕਰਦੇ ਆ, ਜਿਹੜੇ ਬੰਦੇ ਉਹਨੂੰ ਚਾਹਣ ਵਾਲੇ ਨੇ ਤਾਂ ਉਹਨਾਂ ਦੀਆਂ ਅੱਖਾਂ ਨਮ ਜ਼ਰੂਰ ਹੁੰਦੀਆਂ ਨੇ, ਤੇ ਜਦੋਂ ਉਹਨਾਂ ਦੀ ਸੋਚ ਦੇ ਉੱਪਰ ਫੁੱਲ ਚੜ੍ਹਦੇ ਨੇ, ਸੋਚ ਨੂੰ ਸਜਦਾ ਜਿਹੜੇ ਲੋਕ ਕਰਦੇ ਨੇ, ਜੇ ਉਹ ਕੰਮ ਦੇ ਵਿੱਚ ਸਕਸੈਸ ਹੁੰਦੀ ਹੈ, ਉਹ ਕੰਮ ਸਿਰੇ ਚੜ੍ਹਦਾ ਹੈ ਤਾਂ ਖੁਸ਼ੀ ਵੀ ਹੁੰਦੀ ਹੈ। ਵਾਰਸ ਪੰਜਾਬ ਦੀ ਜਥੇਬੰਦੀ ਦਾ ਜਿਹੜਾ ਹੈ ਦਫ਼ਤਰ ਖੋਲ੍ਹਿਆ ਤੁਸੀਂ, ਕੀ ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਦਫ਼ਤਰ ਦੇ ਟੀਚੇ ਨੇ, ਕੀ ਕਰੇਗਾ ਉਹ ਦਫ਼ਤਰ ਵਾਰਸ ਪੰਜਾਬ ਦੀ ਜਥੇਬੰਦੀ ਦਾ ਜਿਹੜਾ? ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਦੀਪ ਸਿੱਧੂ ਦੀ ਇਹ ਮਨੋਕਾਮਨਾ ਸੀਗੀ ਕਿ ਵਾਰਸ ਪੰਜਾਬ ਦੀ ਜਥੇਬੰਦੀ ਦਾ ਮੋਹਾਲੀ ਦੇ ਵਿੱਚ ਹੈੱਡ ਆਫਿਸ ਹੋਵੇ। ਜਿਹੜਾ ਦਫ਼ਤਰ ਦੀਪ ਨੇ ਪਸੰਦ ਕੀਤਾ, ਜਿੱਥੇ ਦੀਪ 3 ਵਾਰ ਜਾ ਕੇ ਆਇਆ, ਉਹ ਦਫ਼ਤਰ ਅਸੀਂ ਖੈਰ ਉਹਨੇ ਜੋਗੇ ਹੈ ਵੀ ਨਹੀਂ, ਪਰ ਇਹ ਜ਼ਰੂਰ ਹੈ ਵੀ ਦੀਪ ਸਾਡੇ ਨਾਲ ਜੋ ਗੱਲਾਂ ਕਰਕੇ ਗਿਆ,
ਜੋ ਕੌਮ ਦੀਆਂ ਗੱਲਾਂ ਕਰਕੇ ਗਿਆ, ਪੰਜਾਬ ਦੀਆਂ ਗੱਲਾਂ ਕਰਕੇ ਗਿਆ, ਪੋਲਿਟਿਕਸ ਦੀਆਂ ਗੱਲਾਂ ਕਰਕੇ ਗਿਆ, ਜਿਹੜੀਆਂ ਦੀਪ ਗੱਲਾਂ ਕਰਕੇ ਗਿਆ ਉਹ ਹਰ ਹਾਲਤ 'ਚ ਉਹਦੀਆਂ ਪੂਰੀਆਂ ਕੀਤੀਆਂ ਜਾਣਗੀਆਂ। ਉਹਦੇ ਵਾਸਤੇ ਚਾਹੇ ਕੁਝ ਵੀ ਕਰਨਾ ਪਵੇ, ਚਾਹੇ ਜਿੱਥੇ ਤੱਕ ਵੀ ਮਰਜ਼ੀ ਜਾਣਾ ਪਵੇ। ਗੱਲਾਂ ਤਾਂ ਬਹੁਤ ਮਾਰਦੇ ਨੇ, ਪਰ ਹੁਣ ਦੇਖੀ ਜਾਂਦੀ ਹੈ ਪਹਿਰਾ ਕੌਣ ਦਿੰਦਾ। ਸੋ ਉਹਦੇ ਮਨ ਵਿੱਚ ਸੀ ਕਿ ਹੈੱਡ ਆਫਿਸ ਜਥੇਬੰਦੀ ਦਾ ਮੋਹਾਲੀ, ਤੁਸੀਂ ਇੰਟਰਵਿਊ ਵੀ ਦੇਖੀ ਹੈ, ਲੇਕਿਨ ਜਦ ਅਸੀਂ ਦਫ਼ਤਰ ਦੀ ਗੱਲ ਕਰੀ ਕਿੰਤੂ ਪਰੰਤੂ ਵੀ ਉੱਠਿਆ। ਲੇਕਿਨ ਦੀਪ ਸਿੱਧੂ ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰਦਾ ਹੁੰਦਾ ਸੀ। ਅਸੀਂ ਵੀ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰਦੇ ਹਾਂ ਕਿ ਉਹ ਵੀਡੀਓ ਜਦੋਂ ਵਾਇਰਲ ਹੋ ਜਾਂਦੀ ਹੈ ਕਿ ਦੀਪ ਸਿੱਧੂ ਮੋਹਾਲੀ ਵਿੱਚ ਜਥੇਬੰਦੀ ਦਾ ਦਫ਼ਤਰ ਖੋਲ੍ਹਣਾ ਚਾਹੁੰਦਾ ਸੀਗਾ, ਤੇ ਉਹ ਦਫ਼ਤਰ ਉਹਨੇ 3 ਵਾਰ ਦੇਖਿਆ ਵੀ ਸੀ। ਸੋ ਉਹੀ ਦਫ਼ਤਰ ਕਿਰਾਏ ਤੇ ਲੈ ਕੇ, ਉਹ ਵੀਡੀਓ ਵਿੱਚ ਵੀ ਦੀਪ ਸਿੱਧੂ ਕਹਿੰਦਾ ਵੀ ਰੈਂਟ ਤੇ ਲੈ ਕੇ ਖੋਲਾਂਗੇ, ਉਹ ਦਫ਼ਤਰ ਕਿਰਾਏ ਤੇ ਲੈ ਕੇ ਜਿਹੋ ਜਿਹਾ ਸ਼ਾਨਦਾਰ ਉਹ ਬਣਾਉਣਾ ਚਾਹੁੰਦਾ ਸੀ, AC ਲਾਉਣਾ ਚਾਹੁੰਦਾ ਸੀ, ਵਧੀਆ ਸੋਫੇ ਲਾਉਣਾ ਚਾਹੁੰਦਾ ਸੀ, ਕਿਉਂਕਿ ਉਹ ਬੜੀ ਲਗਜ਼ਰੀ ਲਾਈਫ 'ਚੋਂ ਆਇਆ ਸੀ। ਸੇਮ ਜੋ ਚਾਹੁੰਦਾ ਸੀ ਉਹ ਜਿਹਾ ਦਫ਼ਤਰ ਵਾਰਸ ਪੰਜਾਬ ਦੇ ਜਥੇਬੰਦੀ ਦਾ ਹੈੱਡ ਆਫਿਸ ਮੋਹਾਲੀ ਵਿੱਚ ਖੋਲ੍ਹ ਦਿੱਤਾ ਗਿਆ ਜੀ। ਹਰ ਸ਼ੁੱਕਰਵਾਰ ਮੈਂ ਵੀ ਉੱਥੇ ਜਾਂਦਾ, ਤੇ ਜੇਕਰ ਕੰਮ ਨਾ ਹੋਣ ਤਾਂ ਹੋਰ ਵੀ ਬੰਦੇ ਜਥੇਬੰਦੀ ਦੇ ਜਿਹੜੇ ਸੀਨੀਅਰ ਬੰਦੇ ਨੇ ਉੱਥੇ ਜਾ ਕੇ ਬੈਠਦੇ ਨੇ। ਬੜੀ ਸੰਗਤ ਆਉਂਦੀ ਹੈ, ਜਥੇਬੰਦੀ ਬਾਰੇ ਵਿਚਾਰਾਂ ਦਿੰਦੇ ਨੇ, ਜਥੇਬੰਦੀ ਨੂੰ ਮਜ਼ਬੂਤ ਕਰਨ ਦੀਆਂ ਗੱਲਾਂ ਬਾਤਾਂ ਕਰਦੇ ਨੇ, ਕਿਉਂਕਿ ਫੋਨਾਂ ਤੇ ਇੰਨੀਆਂ ਗੱਲਾਂ ਨਹੀਂ ਸੀ ਹੋ ਸਕਦੀਆਂ। ਸਾਰੀ ਸੰਗਤ ਦੀ ਇਹ ਤਮੰਨਾ ਸੀ ਕਿ ਦਫ਼ਤਰ ਜ਼ਰੂਰ ਖੋਲ੍ਹੋ, ਕਿ ਜਦ ਦੀਪ ਦੇ ਮਨ 'ਚ ਇਹ ਗੱਲ ਸੀਗੀ। ਸੋ ਦੀਪ ਦੀ ਪਹਿਲੀ ਜਿਹੜੀ ਮੰਗ ਸੀ, ਉਹਦੀ ਇਹ ਮਨੋਕਾਮਨਾ ਸੀਗੀ, ਉਹ ਅਸੀਂ ਪੂਰੀ ਕਰਤੀ ਕਿ ਮੋਹਾਲੀ ਦੇ ਵਿੱਚ ਵਾਰਸ ਪੰਜਾਬ ਦੇ ਜਥੇਬੰਦੀ ਦਾ ਹੈੱਡ ਆਫਿਸ ਖੁੱਲ੍ਹ ਗਿਆ ਜੀ। ਤਲਵਾੜਾ ਜੀ, ਹੈੱਡ ਆਫਿਸ ਜਿਹੜਾ ਵਾਰਸ ਪੰਜਾਬ ਦੀ ਜਥੇਬੰਦੀ ਦਾ ਖੁੱਲ੍ਹ ਗਿਆ ਹੈ, ਤੁਸੀਂ ਵੀ ਉੱਥੇ ਜਾਂਦੇ ਹੋ। ਗੱਲ ਇਹ ਹੈ ਕਿ ਜਿਹੜਾ ਵਾਰਸ ਪੰਜਾਬ ਦੀ ਜਥੇਬੰਦੀ ਦਾ ਹੈੱਡ ਆਫਿਸ ਹੁਣ ਖੁੱਲ੍ਹਿਆ ਹੈ, ਕੀ ਕੰਮ ਕਰੂਗਾ ਪੰਜਾਬ ਦੇ ਵਿੱਚ? ਕੀ ਜਿਹੜੇ ਉਪਦੇਸ਼ ਲੈ ਕੇ ਚੱਲਿਆ ਬਾਈ ਦੀਪ ਸਿੱਧੂ ਨੇ, ਜੋ ਚਾਹਿਆ ਸੀਗਾ ਕਿ ਉਹ ਟੀਚਿਆਂ ਨੂੰ ਲੈ ਕੇ ਜਿਹੜਾ ਵਾਰਸ ਪੰਜਾਬ ਦੀ ਜਥੇਬੰਦੀ ਦਾ ਜਿਹੜਾ ਦਫ਼ਤਰ ਹੈ ਜਾਂ ਉਸ ਪ੍ਰਬੰਧਕੀ ਟੀਮ ਹੈ ਜਿਹੜੀ ਦਫ਼ਤਰ ਦੀ, ਕੀ ਉਹ ਉਹਨਾਂ ਟੀਚਿਆਂ ਦੇ ਨਾਲ ਚੱਲੂਗੀ? ਕੀ ਪਲਾਨ ਨੇ ਅੱਗੇ ਫਿਊਚਰ ਦੇ ਵਿੱਚ ਬਾਰੇ? ਹਾਂ ਦੇਖੋ ਜੀ, ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਅਸੀਂ ਬੇਨਤੀ ਕਰੀ ਹੈ ਵੀ ਕਿਸੇ ਨੇ ਵੀ ਕੋਈ ਸੁਝਾਅ ਦੇਣਾ ਜਥੇਬੰਦੀ ਨੂੰ ਮਜ਼ਬੂਤ ਕਰਨ ਵਾਸਤੇ, ਕੌਮ ਦੀ ਚੜ੍ਹਦੀ ਕਲਾ ਵਾਸਤੇ, ਪੰਥ ਦੀ ਚੜ੍ਹਦੀ ਕਲਾ ਵਾਸਤੇ, ਜਥੇਬੰਦੀ ਦੀ ਚੜ੍ਹਦੀ ਕਲਾ ਵਾਸਤੇ, ਉਹ ਤੁਸੀਂ ਦਫ਼ਤਰ 'ਚ ਆ ਕੇ ਸਾਡੇ ਨਾਲ ਵਿਚਾਰ ਵਟਾਂਦਰਾ ਕਰ ਸਕਦੇ ਹੋ। ਯਾਨੀ ਕਿ ਓਪਨਲੀ ਆਪਣੀਆਂ ਗੱਲਾਂ ਹਰ ਬੰਦਾ ਰੱਖ ਸਕਦਾ। ਬਿਲਕੁਲ ਜੀ, ਹਰੇਕ ਬੰਦੇ ਨੂੰ ਖੁੱਲ੍ਹ ਹੈ, ਕਿਉਂਕਿ ਦੀਪ ਦੀ ਇਹ ਸੋਚ ਹੁੰਦੀ ਸੀ, ਉਹ ਸੰਗਤ ਤੋਂ ਫੈਸਲੇ ਕਰਾਉਂਦਾ ਹੁੰਦਾ ਸੀ। ਅਸੀਂ ਵੀ ਫਿਰ ਉਹਦੀ ਸੋਚ ਤੇ ਹੀ ਚੱਲਣਾ ਨਾ, ਜੋ ਸੰਗਤ ਕਹੂਗੀ ਉਹ ਕਰਿਆ ਕਰਾਂਗੇ। ਸਭ ਤੋਂ ਪਹਿਲਾਂ ਹੁਣ ਅਸੀਂ ਲੱਗੇ ਹੋਏ ਹਾਂ ਕਿ ਪੰਜਾਬ ਦੇ ਵਿੱਚ ਪੂਰੇ ਦੇ ਵਿੱਚ ਜੋ ਦੀਪ ਦੀ ਸੋਚ ਦੀ, ਕਿ ਉਹਦੀ ਸੋਚ ਨੂੰ ਪਿੰਡ-ਪਿੰਡ, ਘਰ-ਘਰ, ਸ਼ਹਿਰ-ਸ਼ਹਿਰ ਆਪਾਂ ਲੈ ਕੇ ਜਾਈਏ। ਦੀਪ ਦੀ ਇੱਕ ਸੋਚ ਹੁੰਦੀ ਸੀ ਪੰਜਾਬ ਪੱਖੀ ਪੋਲਿਟਿਕਸ ਖੜੀ ਕਰਨ ਦੀ, ਪੰਜਾਬ ਪੱਖੀ ਸਿਆਸਤ ਖੜੀ ਕਰਨ ਦੀ। ਉਹਦੇ ਵੱਲ ਵੀ ਦੇਖੋ ਅਕਾਲ ਪੁਰਖ ਵਾਹਿਗੁਰੂ ਨੇ ਕਿੱਡੀ ਕਿਰਪਾ ਕੀਤੀ ਕਿ 13 ਜ਼ਿਲ੍ਹਿਆਂ ਦੇ ਪ੍ਰਧਾਨ ਅਨਾਉਂਸ ਹੋ ਗਏ। 16 ਮੈਂਬਰੀ ਕਮੇਟੀ ਜਿਹੜੀ ਦੀਪ ਬਣਾ ਕੇ ਗਿਆ ਸੀ ਉਹ ਕੰਮ ਕਰ ਹੀ ਰਹੀ ਹੈ। ਉਸ ਤੋਂ ਬਿਨਾਂ ਇੱਕ 5 ਮੈਂਬਰੀ ਹਾਈ ਪਾਵਰ ਕਮੇਟੀ ਬਣਾਤੀ, ਠੀਕ ਹੈ ਜੀ, ਉਹ ਕੰਮ ਕਰ ਰਹੀ ਹੈ। ਤੇ ਸਾਰੇ ਬੰਦੇ ਦਿਨ ਰਾਤ ਭੱਜੇ ਫਿਰਦੇ ਨੇ। ਆਉਣ ਵਾਲੇ ਸਮੇਂ 'ਚ ਤੁਸੀਂ ਦੇਖੇ ਹੋਗੇ ਹੋ ਕਿ ਇੱਕ ਪੰਜਾਬ ਪੱਖੀ ਪੋਲਿਟਿਕਸ ਜਿਹੜੀ ਦੀਪ ਕਹਿੰਦਾ ਹੁੰਦਾ ਸੀ ਉਹ ਖੜੀ ਕਰਾਂਗੇ। ਜਿਹੜਾ ਦਾਅਵਾ ਦੀਪ ਕੌਮ ਦਾ, ਠੀਕ ਹੈ, ਪੰਥ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਹਿ ਕੇ ਗਿਆ, ਪਾਤਸ਼ਾਹੀ ਦਾਅਵਾ, ਉਹਦੀ ਜਥੇਬੰਦੀ ਉਸ ਗੱਲ ਤੇ ਪਹਿਰਾ ਦਊਗੀ ਔਰ ਉਸ ਵੱਲ ਵਧੂਗੀ। ਪਰ ਉਸ ਤੋਂ ਪਹਿਲਾਂ ਜਥੇਬੰਦੀ ਨੂੰ ਪਿੰਡ-ਪਿੰਡ, ਸ਼ਹਿਰ-ਸ਼ਹਿਰ, ਘਰ-ਘਰ ਲਿਜਾ ਕੇ ਸੋਚ ਦੀ ਦੀਪ ਨੂੰ ਮਜ਼ਬੂਤ ਕੀਤਾ ਜਾਊਗਾ। ਕਿਉਂਕਿ ਜੇ ਅੱਜ ਆਪਾਂ ਗੱਲ ਕਰਦੇ ਹਾਂ ਨਾ, ਕੋਈ ਬਿਨਾਂ ਸੰਗਤ ਤੋਂ ਕੋਈ ਗੱਲ ਸਿਰੇ ਨਹੀਂ ਚੜ੍ਹਦੀ। ਜਥੇਬੰਦੀ ਨੇ ਕੋਈ ਕਿਉਂਕਿ ਅੱਜ ਡਿਜੀਟਲ ਹੈ ਜ਼ਮਾਨਾ, ਬਾਈ ਦੀਪ ਸਿੱਧੂ ਜਦੋਂ ਵੀ ਕੋਈ ਗੱਲ ਕਰਦਾ ਸੀਗਾ ਆਪਣੇ ਫੇਸਬੁੱਕ ਪੇਜ ਦੇ ਉੱਪਰ ਆਪਣੇ ਫੋਲੋਵਰਾਂ ਨੂੰ ਜਿਹੜੀ ਸਾਂਝੀ ਕਰਦਾ ਸੀ, ਜਾਂ ਤੁਸੀਂ ਵੀ ਆ ਜੋ, ਜਾਂ ਅੱਜ ਆਪਾਂ ਨਿਊਜ਼ ਦੀ ਗੱਲ ਕਰ ਲਈਏ, ਜਥੇਬੰਦੀ ਨੇ ਕੋਈ ਨੰਬਰ, ਕੋਈ ਮੇਲ, ਕੋਈ ਇੱਦਾਂ ਦੀ ਜਾਰੀ ਕੀਤੀ ਹੈ ਜਿਹਦੇ ਨਾਲ ਜਿਹੜੇ ਨੌਜਵਾਨ ਪੀੜ੍ਹੀ ਹੈ ਉਹ ਜਥੇਬੰਦੀ ਦੇ ਰਾਬਤੇ 'ਚ ਆ ਸਕੇ? ਹਾਂਜੀ, ਇੱਕ ਵੈਬਸਾਈਟ ਬਣਾਈ ਹੈ। ਕਿਉਂਕਿ ਮੈਨੂੰ ਤਾਂ ਇਹ ਚੀਜ਼ਾਂ ਬਾਰੇ, ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਮੈਨੂੰ ਬਹੁਤਾ ਨੌਲੇਜ ਨਹੀਂ ਹੈਗੀ, ਹੈ ਨਾ, ਮੈਨੂੰ ਥੋੜ੍ਹੀ ਜਿਹੀ ਹੋਈ ਹੈ, ਬਹੁਤੀ ਨਹੀਂ ਹੈਗੀ, ਜਾਣੀ ਜੇ ਤੁਸੀਂ ਲਾ ਲਓ 10%। ਵੈਬਸਾਈਟ ਬਣਾਈ ਹੈ ਜਥੇਬੰਦੀ ਨੇ। ਜਥੇਬੰਦੀ ਦੇ 3 ਪੇਜ ਨੇ, ਇੱਕ ਵਾਰਿਸ ਪੰਜਾਬ ਦੇ ਪੇਜ ਹੈ, ਇੱਕ ਪੁਰਾਣਾ ਪੇਜ ਹੈ ਜਿਹੜਾ ਦੀਪ ਸਿੱਧੂ ਵਾਲਾ ਸ਼ੰਭੂ ਮੋਰਚਾ, ਤੇ ਇੱਕ ਦੀਪ ਸਿੱਧੂ ਮੈਮੋਰੀਅਲ ਟਰਸਟ ਜਿਹੜਾ ਦੀਪ ਸਿੱਧੂ ਦੇ ਨਾਂ ਤੇ ਇੱਕ ਟਰਸਟ ਬਣਾਇਆ ਗਿਆ, ਉਹ ਪੇਜ ਹੈ।
ਤੇ ਉਹ ਇਹ 3 ਪੇਜ ਨੇ ਜੀ। ਜਿਹੜੀ ਵੀ ਕੋਈ ਜਥੇਬੰਦੀ ਦੀ ਐਕਟੀਵਿਟੀ ਹੁੰਦੀ ਹੈ ਉਹ ਇਹਨਾਂ 3 ਪੇਜਾਂ ਤੇ ਅਸੀਂ ਪਾਉਨੇ ਆ, ਹਨਾ। ਤੇ ਬਾਕੀ ਵੈਬਸਾਈਟ ਹੈ ਉਹ ਜਥੇਬੰਦੀ ਦੀ ਚੱਲ ਰਹੀ ਹੈ, ਤੇ ਉਹਦੇ ਵਾਸਤੇ ਜਥੇਬੰਦੀ ਸੋਸ਼ਲ ਮੀਡੀਆ ਤੇ ਵੀ ਕਾਫੀ ਮੁੰਡੇ ਦੀਪ ਲਈ ਕੰਮ ਕਰ ਰਹੇ ਨੇ, ਜਥੇਬੰਦੀ ਲਈ ਕੰਮ ਕਰ ਰਹੇ ਨੇ, ਹਨਾ। ਤੇ ਉਹ ਲੱਗੇ ਹੋਏ ਨੇ, ਤੇ ਜਿੰਨੇ ਕੁ ਜੋਗੇ ਅਸੀਂ ਹੈਗੇ ਆ ਅਸੀਂ ਵੀ ਆਪਣਾ ਕਰੀ ਜਾਂਦੇ ਹਾਂ। ਤਲਵਾੜਾ ਜੀ, ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ ਕਿ ਸੋਸ਼ਲ ਮੀਡੀਆ ਤੇ ਬਾਈ ਦੀਪ ਲਈ ਬੜੇ ਮੁੰਡੇ ਲੱਗੇ ਹੋਏ ਆ, ਜਾਂ ਤੁਸੀਂ ਕੰਮ ਕਰ ਰਹੇ ਹੋ ਜਾਂ ਹੋਰ ਟੀਮਾਂ ਕੰਮ ਕਰ ਰਹੀਆਂ ਨੇ ਵਾਰਿਸ ਪੰਜਾਬ ਦੀ ਜਥੇਬੰਦੀ ਦੀਆਂ। ਸੋਸ਼ਲ ਮੀਡੀਆ ਤੇ ਤੁਹਾਡਾ ਤੇ ਖਾਲਸਾ ਏਡ ਦਾ ਬੜਾ ਚਰਚੇ ਹੁੰਦੇ ਨੇ, ਕਹਿੰਦੇ ਵੀ ਪਲਵਿੰਦਰ ਸਿੰਘ ਤਲਵਾੜਾ ਦੇ ਖਾਲਸਾ ਏਡ ਨਾਲ ਬਹੁਤ ਵਧੀਆ ਸੰਬੰਧ ਨੇ। ਕੀ ਸੰਬੰਧ ਨੇ ਪਲਵਿੰਦਰ ਸਿੰਘ ਤਲਵਾੜਾ ਦੇ? ਕਿਉਂਕਿ ਕਾਫੀ ਨੈਗੇਟਿਵ ਪੋਜ਼ਿਟਿਵ ਗੱਲਾਂ ਸੋਸ਼ਲ ਮੀਡੀਆ ਤੇ ਪਲਵਿੰਦਰ ਸਿੰਘ ਤਲਵਾੜਾ ਨੂੰ ਤੇ ਖਾਲਸਾ ਏਡ ਨੂੰ ਲੈ ਕੇ ਹੋ ਰਹੀਆਂ ਨੇ, ਉਹਦੇ ਬਾਰੇ ਥੋੜਾ ਚਾਨਣਾ ਪਾਓਗੇ? ਕੀ ਸੰਬੰਧ ਨੇ ਤੁਹਾਡੇ? ਦੇਖੋ, ਖਾਲਸਾ ਏਡ ਜਿਹੜੀ ਜਥੇਬੰਦੀ ਹੈ ਉਹ ਮਾਨਵਤਾ ਲਈ ਬਹੁਤ ਵਧੀਆ ਕੰਮ ਕਰ ਰਹੀ ਹੈ, ਔਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿਹੜਾ ਚੰਗਾ ਕੰਮ ਕੋਈ ਵੀ ਕਰਦਾ ਉਹਦਾ ਸਾਥ ਦੇਣਾ ਚਾਹੀਦਾ ਹੈ, ਹਨਾ। ਚੰਗੇ ਨੂੰ ਚੰਗਾ ਕਹਿਣਾ ਚਾਹੀਦਾ, ਆਪਾਂ ਨੂੰ ਇਹ ਆਦਤ ਬਣਾਉਣੀ ਚਾਹੀਦੀ ਹੈ। ਮੇਰਾ ਖਾਲਸਾ ਏਡ ਨਾਲ ਕੋਈ ਅੱਜ ਦਾ ਸੰਬੰਧ ਨਹੀਂ ਹੈਗਾ। ਮੈਂ ਭਾਈ ਰਵੀ ਸਿੰਘ ਉਹਨਾਂ ਦੀ, ਖਾਲਸਾ ਏਡ ਵਾਲਿਆਂ ਦੀ ਬਹੁਤ ਇੱਜ਼ਤ ਕਰਦਾ। ਉਹ ਅੱਜ ਦਾ ਨਹੀਂ ਕਰਦਾ। ਜਦੋਂ ਜਲੰਧਰ ਦੇ ਵਿੱਚ, ਜਲੰਧਰ ਏਰੀਏ 'ਚ ਹੜ੍ਹ ਆਏ ਨੇ ਨਾ, ਉਸ ਵੇਲੇ ਮੈਂ ਖਾਲਸਾ ਏਡ ਦੇ ਵਲੰਟੀਅਰ, ਉਹਨਾਂ ਦੇ ਸੇਵਾਦਾਰ ਕੰਮ ਕਰਦੇ ਦੇਖੇ ਨੇ, ਔਰ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ। ਸੋ ਉਸ ਵੇਲੇ ਮੈਂ ਜਦ ਖਾਲਸਾ ਏਡ ਬਾਰੇ ਦੇਖਿਆ, ਪੜ੍ਹਿਆ, ਤਾਂ ਮੈਨੂੰ ਵਧੀਆ ਲੱਗਿਆ। ਤਾਂ ਮੈਂ ਸਰਦਾਰ ਰਵੀ ਸਿੰਘ ਉਹਨਾਂ ਨਾਲ ਦੇ ਜਿਹੜੇ ਥੱਲੇ ਵਾਲੇ ਪੰਜਾਬ ਦੇ ਨੌਜਵਾਨ ਨੇ, ਉਹਨਾਂ ਨਾਲ ਮੇਰਾ ਕਾਫੀ ਰਾਬਤਾ ਹੋਇਆ, ਮੈਨੂੰ ਮਿਲਦੇ ਰਹੇ। ਖਾਸ ਕਰਕੇ ਕਿਸਾਨੀ ਸੰਘਰਸ਼ ਉਹਨਾਂ ਨੇ ਬਹੁਤ ਵੱਡਾ ਖਾਲਸਾ ਏਡ ਨੇ ਯੋਗਦਾਨ ਪਾਇਆ, ਜਿੰਨਾ ਆਪਾਂ ਸੋਚ ਵੀ ਨਹੀਂ ਸਕਦੇ। ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਲੇਕਿਨ ਧਰਤੀ ਤੇ ਕਰਕੇ, ਗਰਾਊਂਡ ਤੇ ਕਰਕੇ ਕਰਾਉਣਾ ਬਹੁਤ ਔਖਾ ਹੁੰਦਾ, ਹਨਾ। ਖਾਲਸਾ ਏਡ ਦਾ ਐਡਾ ਵੱਡਾ ਰੋਲ ਹੈ ਕਿਸਾਨੀ ਸੰਘਰਸ਼ 'ਚ ਕਿ ਆਪਾਂ ਉਹਦੀ ਦੇਣ ਨਹੀਂ ਦੇ ਸਕਦੇ, ਹਨਾ। ਉਸ ਤੋਂ ਬਾਅਦ ਜਦੋਂ ਜਲੰਧਰ ਹੜ੍ਹ ਆਏ, ਤਾਂ ਉਸ ਵੇਲੇ ਮੈਂ ਕੋਈ ਬਹੁਤਾ ਬੜਾ ਜ਼ਿਮੀਂਦਾਰ ਨਹੀਂ, ਤੁਸੀਂ ਦੇਖ ਹੀ ਲਿਆ ਘਰ-ਬਾਰ, ਹਨਾ, ਜ਼ਮੀਨ ਜਾਇਦਾਦ ਵੀ ਦੇਖ ਲਈ। ਉਸ ਵੇਲੇ 1 ਲੱਖ ਰੁਪਈਆ ਮੈਂ ਵੀ ਖਾਲਸਾ ਏਡ ਨੂੰ ਦਿੱਤਾ ਸੀ। ਮੈਂ ਉੱਧਰਲੇ ਏਰੀਏ ਦਾ ਲੋਕਾਂ ਦਾ ਆ ਕੇ ਆਪਣੇ ਘਰ 'ਚ ਹਾਲ ਚਾਲ ਦੱਸਿਆ, ਤਾਂ ਮੇਰੀ ਮਾਤਾ ਨੇ, ਮੇਰੇ ਬੇਟੇ ਨੇ, ਮੇਰੀ ਵਾਈਫ ਨੇ ਕਿਹਾ ਵੀ ਆਪਾਂ ਨੂੰ ਵੀ ਜ਼ਰੂਰ ਯੋਗਦਾਨ ਪਾਉਣਾ ਚਾਹੀਦਾ। ਜਿੰਨਾ ਕੁ ਸਾਡੇ ਕੋਲੋਂ ਹੋ ਸਕਿਆ 1 ਲੱਖ ਰੁਪਈਆ ਅਸੀਂ ਖਾਲਸਾ ਏਡ ਨੂੰ ਦਿੱਤਾ ਸੀਗਾ ਹੜ੍ਹ ਪੀੜਤਾਂ ਵਾਸਤੇ, ਆਪਣੇ ਜਿਹੜੇ ਪੰਜਾਬ 'ਚ ਹੋਈ ਸੀ। ਉਸ ਤੋਂ ਬਾਅਦ ਬਿਨਾਂ ਵੀ ਖਾਲਸਾ ਏਡ ਨੇ ਕਾਫੀ ਸ਼ਹੀਦ ਪਰਿਵਾਰਾਂ ਦੇ ਘਰਾਂ ਦੀ, ਤੇ ਉਰੇ ਜਿਹੜੇ ਹੜ੍ਹਾਂ 'ਚ ਲੋਕਾਂ ਦੇ ਘਰ ਢਹਿ ਗਏ ਸੀਗੇ, ਬੇਬਸ ਹੋ ਗਏ ਸੀਗੇ, ਉਹਨਾਂ ਦੀ ਬਹੁਤ ਜ਼ਿਆਦਾ ਮਦਦ ਕੀਤੀ। ਇਸ ਕਰਕੇ ਜਿਹੜਾ ਵੀ ਕੋਈ ਹੋਰ ਵੀ ਚੰਗਾ ਕਰਦਾ, ਤੇ ਯੂਨਾਈਟਿਡ ਸਿੱਖਸ ਵਾਲੇ ਨੇ, ਹਨਾ, ਹੋਰ ਬਹੁਤ ਜਥੇਬੰਦੀਆਂ ਨੇ ਜਿਨ੍ਹਾਂ ਦੀ ਆਪਾਂ ਰਿਸਪੈਕਟ ਕਰਦੇ ਹਾਂ। ਕਾਰ ਸੇਵਾ ਵਾਲੇ ਬਾਬੇ ਨੇ ਕਈ, ਹਨਾ, ਤੇ ਬਹੁਤ ਚੰਗਾ ਕੰਮ ਕਰਦੇ ਨੇ। ਤੇ ਜਿਹੜਾ ਵੀ ਕੋਈ ਐਜੂਕੇਸ਼ਨ 'ਚ ਕਰ ਰਿਹਾ ਹੈ, ਹਨਾ, ਤੇ ਕੋਈ ਐਜੂਕੇਸ਼ਨ 'ਚ ਕਰ ਰਿਹਾ ਹੈ, ਕੋਈ ਲੰਗਰਾਂ ਦੀ ਸੇਵਾ ਕਰ ਰਿਹਾ ਹੈ, ਤੇ ਕੋਈ ਆਪਣਾ ਮਾਨਵਤਾ ਦੀ ਸੇਵਾ ਲਈ ਲੱਗੇ ਹੋਏ ਨੇ, ਉਹ ਜ਼ਿਆਦਾਤਰ ਸਿੱਖ ਜਥੇਬੰਦੀਆਂ ਹੀ ਨੇ, ਹਨਾ। ਆਪਾਂ ਜਿਹੜਾ ਚੰਗਾ ਕੰਮ ਕਰਦਾ, ਮੇਰਾ ਵੈਸੇ ਵੀ ਸੁਭਾਅ ਹੈ, ਸਾਡੇ ਪਿੰਡ ਦਾ ਗੁਰੂ ਘਰ ਦਾ ਤੁਸੀਂ ਜਾ ਕੇ ਦੇਖੋ, ਬਹੁਤ ਬਹੁਤ ਸੋਹਣਾ ਅਸੀਂ ਗੁਰੂ ਘਰ ਬਣਾਇਆ ਹੋਇਆ, ਤੇ ਪਿੰਡ ਨੇ ਵੀ ਸਾਡੇ ਨੇ ਬਹੁਤ ਤਰੱਕੀ ਕੀਤੀ ਹੈ। ਉਹ ਤਾਂ ਹੀ ਹੋ ਸਕੀ ਹੈ ਜੇ ਆਪਾਂ ਸਹੀ ਨੂੰ ਸਹੀ ਕਹਿੰਦੇ ਆ। ਸੋ ਖਾਲਸਾ ਏਡ ਨਾਲ ਮੈਂ ਬਹੁਤ ਪੁਰਾਣਾ ਜੁੜਿਆ ਹੋਇਆ ਜੀ। ਬਾਹਰ ਆਸਟ੍ਰੇਲੀਆ ਵਿੱਚ ਮੇਰਾ ਬੇਟਾ ਵੀ ਖਾਲਸਾ ਏਡ ਲਈ ਸੇਵਾ ਕਰਦਾ ਹੈ। ਤਲਵਾੜਾ ਜੀ, ਬਾਈ ਦੀਪ ਸਿੱਧੂ ਦੀ ਜਿਹੜੀ ਸੋਚ ਸੀਗੀ, ਪੰਜਾਬ ਪੱਖੀ ਪੋਲੀਟਿਕਸ ਦੀ ਜਿਹੜੀ ਸੋਚ ਸੀ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ, ਦੀਪ ਸਿੱਧੂ ਦੀ ਇੱਕ ਸੋਚ ਸੀਗੀ ਕਿ ਇੱਕ ਪੰਜਾਬ ਪੱਖੀ ਪੋਲੀਟਿਕਸ ਖੜੀ ਕਰਨੀ ਹੈ। ਉਹ ਨੌਜਵਾਨ ਅੱਗੇ ਲੈ ਕੇ ਆਉਣੇ ਨੇ ਜਿਹੜੇ ਪੰਜਾਬ ਪ੍ਰਤੀ ਇਮਾਨਦਾਰ ਹੋਣ, ਜਿਨ੍ਹਾਂ ਦੀ ਪਿੱਠ ਦਿੱਲੀ ਵੱਲ ਹੋਵੇ, ਮੂੰਹ ਅਕਾਲ ਤਖਤ ਸਾਹਿਬ ਵੱਲ ਹੋਵੇ। ਉਹ ਧਾਰਮਿਕ ਖੇਤਰ 'ਚ ਵੀ ਕੰਮ ਕਰੇ ਤੇ ਸਿਆਸਤ ਦੇ ਖੇਤਰ 'ਚ ਵੀ ਕੰਮ ਕਰੇ। ਦੇਖੋ, ਤੁਸੀਂ ਸਿਆਸਤ ਦੇ ਵਿੱਚ ਕਿੱਡਾ ਵੱਡਾ ਨਿਘਾਰ ਆਇਆ ਹੋਇਆ, ਆਪਾਂ ਦੇਖ ਰਹੇ ਹਾਂ ਨਾ। ਸਾਰੀਆਂ ਪੋਲੀਟੀਕਲ ਪਾਰਟੀਆਂ 'ਚ ਬੇਹੱਦ ਜ਼ਿਆਦਾ ਨਿਘਾਰ ਆਇਆ ਹੋਇਆ, ਖਾਸ ਕਰਕੇ ਕਰਪਸ਼ਨ ਦੇ ਮਾਮਲੇ ਨੂੰ ਲੈ ਕੇ, ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ। ਦੀਪ ਇੱਕ ਬਹੁਤ ਵਧੀਆ ਪੰਜਾਬ ਪੱਖੀ ਇਮਾਨਦਾਰ ਪੋਲੀਟਿਕਸ ਔਰ ਧਾਰਮਿਕ ਪੋਲੀਟਿਕਸ ਉਹ ਖੜੀ ਕਰਨੀ ਚਾਹੁੰਦਾ ਸੀਗਾ। ਇਹਦੇ ਵਿੱਚ ਦੀਪ ਸਿੱਧੂ, ਦਲ ਖਾਲਸਾ, ਭਾਈ ਦਲਜੀਤ ਸਿੰਘ ਬਿੱਟੂ ਹੋਣੀ, ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣੀ, ਜਿਹੜੇ ਲੰਬੇ ਸਮੇਂ ਤੋਂ ਪੰਜਾਬ ਦੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਲੱਗੇ ਹੋਏ ਨੇ, ਉਹਨਾਂ ਨੂੰ ਨਾਲ ਲੈ ਕੇ ਇੱਕ ਪੰਜਾਬ ਪੱਖੀ ਪੋਲੀਟਿਕਸ ਖੜੀ ਕਰਨੀ ਚਾਹੁੰਦਾ ਸੀ। ਮੈਂ ਵੀ
ਦੀਪ ਦੀ ਇਸ ਸੋਚ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਅਸੀਂ ਵੀ ਦਲ ਖਾਲਸਾ ਨਾਲ ਭਾਈ ਦਲਜੀਤ ਸਿੰਘ ਉਹਨਾਂ ਨਾਲ, ਹੋਰ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣੀ, ਹੋਰ ਵੀ ਪੰਥਕ ਜਥੇਬੰਦੀਆਂ ਦੇ ਨਾਲ ਵਿਚਰ ਰਹੇ ਹਾਂ ਔਰ ਸਾਰਿਆਂ ਨੂੰ ਇਹ ਸਮਝਾ ਰਹੇ ਹਾਂ ਕਿ ਸਾਰੇ ਇੱਕ ਜਗ੍ਹਾ ਇਕੱਠੇ ਹੋ ਕੇ, ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ, ਇੱਕ ਕੋਈ ਪੋਲੀਟੀਕਲ ਪਾਰਟੀ ਬਣਾ ਕੇ ਆਪਾਂ ਸਿੱਖ ਕੌਮ ਦੀ, ਖਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ ਔਰ ਪੰਜਾਬ ਪੱਖੀ ਪੋਲਿਟਿਕਸ ਖੜੀ ਕਰੀਏ। ਤੁਸੀਂ ਭਾਈ ਦਲਜੀਤ ਸਿੰਘ ਬਿੱਟੂ ਦੀ ਗੱਲ ਕਰ ਰਹੇ ਹੋ, ਸਰਦਾਰ ਸਿਮਰਜੀਤ ਸਿੰਘ ਮਾਨ ਦੀ ਗੱਲ ਕਰ ਰਹੇ ਹੋ। ਸੰਗਰੂਰ ਦੀ ਸੀਟ ਲਈ ਜਿਮਣੀ ਚੋਣਾਂ ਦਾ ਜਿਹੜਾ ਹੈ ਬਿਗਲ ਵੱਜ ਚੁੱਕਿਆ ਹੈ। ਸਿਮਰਜੀਤ ਸਿੰਘ ਮਾਨ ਦੀ ਅਨਾਉਂਸਮੈਂਟ ਹੋ ਚੁੱਕੀ ਹੈ ਸੰਗਰੂਰ ਦੀ ਸੀਟ ਤੋਂ। ਜਿੱਦਾਂ ਬਾਈ ਦੀਪ ਸਿੱਧੂ ਨੇ ਹਲਕਾ ਅਮਰਗੜ੍ਹ ਤੋਂ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਕੀਤੀ ਸੀ, ਉਹਨਾਂ ਲਈ ਪ੍ਰਚਾਰ ਕੀਤਾ ਸੀ ਕਿ ਸੰਗਰੂਰ ਦੀ ਜਿਮਣੀ ਚੋਣ ਲਈ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਸਪੋਰਟ ਭਾਈ ਪਲਵਿੰਦਰ ਸਿੰਘ ਤਲਵਾੜਾ ਤੇ ਵਾਰਸ ਪੰਜਾਬ ਦੇ ਜਥੇਬੰਦੀ ਆ ਜਿਹੜੀ ਉਹ ਕਰੂਗੀ। ਦੇਖੋ, ਕੋਰ ਕਮੇਟੀ ਦੀ ਮੀਟਿੰਗ ਹੋਊਗੀ, ਹਨਾ। ਦੀਪ ਸਿੱਧੂ ਵੀ ਸੰਗਤ ਤੋਂ ਫੈਸਲਾ ਲੈਂਦਾ ਹੁੰਦਾ ਸੀ। ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਸੱਦਿਆ ਜਾਊਗਾ, ਜਿਹੜੀ 16 ਮੈਂਬਰੀ ਕਮੇਟੀ ਹੈ ਉਹਨੂੰ ਸੱਦਿਆ ਜਾਊ, ਜਿਹੜੀ 5 ਮੈਂਬਰੀ ਕਮੇਟੀ ਬਣਾਈ ਹੈ ਕੋਰ ਕਮੇਟੀ ਉਹਨਾਂ ਨੂੰ ਸੱਦਿਆ ਜਾਊਗਾ। ਫਿਰ ਉਹ ਬੈਠ ਕੇ ਮੀਟਿੰਗ ਕਰੂਗੀ। ਜੇ ਉਹ ਕਹਿ ਦੇਣਗੇ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਤੁਸੀਂ ਪ੍ਰਚਾਰ ਕਰੋ ਤਾਂ ਜ਼ਰੂਰ ਕਰਾਂਗੇ ਜੀ। ਜੋ ਕੋਰ ਕਮੇਟੀ ਦਾ ਫੈਸਲਾ ਹੋਊਗਾ ਉਹ ਕਰੋਗੇ। ਬਾਈ ਦੀਪ ਸਿੱਧੂ ਦੇ ਬਾਰੇ ਸਾਨੂੰ ਇੱਕ ਚਰਚਾ 'ਚ ਆਈ ਆ ਗੱਲ ਕਿ ਬਾਈ ਦੀਪ ਸਿੱਧੂ ਇੱਕ ਫਾਰਮ ਹਾਊਸ ਬਣਾਉਣਾ ਚਾਹੁੰਦਾ ਸੀ। ਮੈਂ ਉਹ ਜਾਣਨਾ ਚਾਹੁੰਦਾ ਹਾਂ ਵੀ ਬਾਈ ਦੀਪ ਸਿੱਧੂ ਫਾਰਮ ਹਾਊਸ ਬਣਾਉਣਾ ਚਾਹੁੰਦਾ ਸੀ, ਕਿੱਥੇ ਬਣਾਉਣਾ ਚਾਹੁੰਦਾ ਸੀ ਤੇ ਕੀ ਇੱਛਾ ਸੀ, ਕਿੱਦਾਂ ਦਾ ਫਾਰਮ ਹਾਊਸ ਬਣਾਉਣਾ? ਹਾਂ, ਇਹ ਤੁਹਾਨੂੰ ਦੱਸੀ ਕੀ ਨੇ ਇਹ ਗੱਲ? ਬਾਈ ਦੀਪ ਸਿੱਧੂ ਦੇ ਚਾਹਣ ਵਾਲਿਆਂ ਤੋਂ ਸਾਨੂੰ ਜਿਹੜਾ ਇਹ ਪਤਾ ਲੱਗਿਆ ਕਿ ਬਾਈ ਦੀਪ ਸਿੱਧੂ ਇੱਕ ਫਾਰਮ ਹਾਊਸ ਬਣਾਉਣਾ ਚਾਹੁੰਦਾ। ਉਹ ਮੈਂ ਤੁਹਾਨੂੰ ਦੱਸ ਦਿੰਦਾ ਜੀ। ਦੀਪ ਸਿੱਧੂ ਪਹਿਲਾਂ ਆਪਦੀ ਰਿਹਾਇਸ਼ ਚੰਡੀਗੜ੍ਹ ਕਰਨੀ ਚਾਹੁੰਦਾ ਸੀਗਾ। ਉੱਥੇ ਉਹਨੂੰ ਕਿਸੇ ਨੂੰ ਕਿਰਾਏ ਤੇ ਘਰ ਨਹੀਂ ਦਿੱਤਾ। ਹੁਣ ਬੜੇ ਚੰਡੀਗੜ੍ਹ ਦੇ ਉੱਠ ਕੇ ਕਹਿੰਦੇ ਨੇ ਅਸੀਂ ਦੀਪ ਦੇ ਹਨਾ, ਲੇਕਿਨ ਉਹਨੂੰ ਉੱਥੇ ਕਿਸੇ ਨੇ ਕਿਰਾਏ ਤੇ ਵੀ ਘਰ ਨਹੀਂ ਦਿੱਤਾ। ਜੇ ਇੰਨਾ ਪਿਆਰ ਸੀ ਦੀਪ ਨਾਲ ਤਾਂ ਦੀਪ ਨੂੰ ਘਰ ਦੇ ਦੇਣਾ ਚਾਹੀਦਾ ਸੀ, ਹਨਾ। ਜੇ ਆਪਾਂ ਵਾਕਈ ਉਹਨੂੰ ਪਿਆਰ ਕਰਦੇ ਸੀ, ਆਪਣੇ ਨਾਲ ਤਾਂ ਉਹਦਾ ਦਿਲੀ ਪਿਆਰ ਸੀਗਾ ਤੇ ਉਹ ਸਾਰੀ ਕੌਮ ਨੂੰ ਪਤਾ ਹੈ, ਹਨਾ। ਅਕਾਲ ਪੁਰਖ ਵਾਹਿਗੁਰੂ ਨੂੰ ਵੀ ਪਤਾ ਹੈ, ਕਿਉਂਕਿ ਆਪਾਂ ਕਿਸੇ ਨੂੰ ਕਿਸੇ ਤੋਂ ਗੱਲ ਲੁਕੋ ਸਕਦੇ ਹਾਂ, ਲੇਕਿਨ ਅਕਾਲ ਪੁਰਖ ਵਾਹਿਗੁਰੂ ਤੋਂ ਤਾਂ ਆਪਾਂ ਲੁਕੋ ਨਹੀਂ ਨਾ ਸਕਦੇ। ਫਿਰ ਦੀਪੁਰੇ ਮੇਰੇ ਕੋਲ ਆਇਆ। ਅਸੀਂ ਚੰਡੀਗੜ੍ਹ ਆਲੇ ਦੁਆਲੇ ਕਾਫੀ ਜਗ੍ਹਾ ਦੇਖ ਕੇ ਆਏ। ਇੱਧਰ ਸੀਸਮਾਂ ਵਾਲੇ ਪਾਸੇ ਵੀ ਦੇਖ ਕੇ ਆਏ, 1 ਕਿੱਲਾ ਜਗ੍ਹਾ ਲੈਣ ਵਾਸਤੇ, 1.5 ਕਿੱਲਾ ਕਿਤੇ। ਉਹਦਾ ਬਜਟ ਬਹੁਤ ਜ਼ਿਆਦਾ ਬਣ ਜਾਂਦਾ ਸੀ, ਉਹ ਉਨਾ ਬਜਟ ਨਹੀਂ ਸੀ ਹੁੰਦਾ। ਤੇ ਫਿਰ ਉਹਰੇ ਮੇਰੇ ਕੋਲ ਆ ਗਿਆ ਦੀਪ 2 ਵਜੇ ਦਿਨ 'ਚ, ਤੇ ਰਾਤ ਨੂੰ ਗਿਆ 11-12 ਵਜੇ। ਤੇ ਉਹ ਗੱਲਾਂ ਕਰਦੇ ਰਹੇ ਇੱਥੇ ਹੀ ਬੈਠੇ। ਹਾਂ, ਤੇ ਉਹ ਕਹਿੰਦਾ ਵੀ ਬਾਬਾ ਜੀ ਮੇਰੇ ਮਨ 'ਚ ਇੱਕ ਹੈ ਵੀ ਮੈਂ ਇੱਕ ਫਾਰਮ ਹਾਊਸ ਬਣਾਉਣਾ ਚਾਹੁੰਦਾ, ਵੀ ਉਸੇ ਨੂੰ ਆਪਾਂ ਇਹ ਜਿਹੇ ਦਫ਼ਤਰ ਵਰਤਿਆ ਕਰਾਂਗੇ, ਵੀ ਆਪਾਂ ਉਹ ਜਗ੍ਹਾ ਲੈਣੀ ਆ। ਤਾਂ ਉਹ ਮੇਰਾ ਇੱਕ ਰੋਡ ਤੇ ਕਿੱਲਾ, ਵੈਸੇ ਸਾਡੀ ਸਾਰੀ ਜ਼ਮੀਨ ਨੂੰ ਇਹ ਰੋਡ ਲੱਗਦਾ ਤੇ ਉੱਥੇ ਉਹ ਇੱਥੇ ਨਜ਼ਦੀਕ ਹੀ ਆ ਉਹ ਜਗ੍ਹਾ। ਉਹ ਔਰ 150 ਮੀਟਰ ਤੇ ਹੈ। ਆਪਾਂ ਦੇਖਣੀ ਚਾਹਾਂਗੇ ਉਹ ਜਗ੍ਹਾ, ਚੱਲੀਏ ਆਪਾਂ ਉੱਥੇ। ਚੱਲ ਕੀ ਆਪਾਂ ਗੱਲਬਾਤ ਕਰ ਲੈਂਦੇ ਹਾਂ ਥੋੜੀ ਬਹੁਤੀ, ਜਿਹੜੀ ਨਾਲੇ ਦਰਸ਼ਕਾਂ ਨੂੰ ਦਿਖਾ ਦਿਆਂਗੇ ਉਹ ਜਗ੍ਹਾ। ਦਰਸ਼ਕੋ ਤੁਹਾਨੂੰ ਵੀ ਦਿਖਾਵਾਂਗੇ ਅਸੀਂ ਉਹ ਜਗ੍ਹਾ ਜਿੱਥੇ ਬਾਈ ਦੀਪ ਸਿੱਧੂ ਜਿਹੜਾ ਫਾਰਮ ਹਾਊਸ ਬਣਾਉਣਾ ਚਾਹੁੰਦਾ ਸੀਗਾ। ਬਾਈ ਜੇਕਰ ਗੱਲ ਕਰ ਲਈ ਆਪਾਂ ਪਲਵਿੰਦਰ ਸਿੰਘ ਤਲਵਾੜਾ ਜੀ ਦੀ, ਉਹ ਜ਼ਮੀਨ ਹੈ ਜਿੱਥੇ ਬਾਈ ਦੀਪ ਸਿੱਧੂ ਫਾਰਮ ਹਾਊਸ ਬਣਾਉਣਾ ਚਾਹੁੰਦਾ ਸੀ। ਸਾਰਾ ਜ਼ਿਕਰ ਆਪਾਂ ਉੱਥੇ ਚੱਲ ਕੇ ਹੀ ਕਰਦੇ ਹਾਂ, ਕੀ ਗੱਲਬਾਤ ਹੈ ਉੱਥੇ, ਕਿਹੋ ਜਿਹੀ ਜਗ੍ਹਾ ਹੈ ਜਿੱਥੇ ਜਿਹੜੀ ਬਾਈ ਦੀਪ ਸਿੱਧੂ ਨੂੰ ਪਸੰਦ ਆਈ ਸੀ, ਜਿੱਥੇ ਬਾਈ ਦੀਪ ਸਿੱਧੂ ਫਾਰਮ ਹਾਊਸ ਬਣਾਉਣਾ ਚਾਹੁੰਦਾ ਸੀ। ਸਾਰੀ ਰੋਡ ਦੇ ਉੱਤੇ ਹੀ ਹੈ। ਇਹ ਜਾਣੀ ਕਿ ਬਾਈ ਦੀਪ ਸਿੱਧੂ ਨੂੰ ਇਹ ਜਗ੍ਹਾ ਪਸੰਦ ਆਈ ਸੀ। ਹਾਂ, ਉਹਨੂੰ ਪਸੰਦ ਆਈ ਸੀ। ਉਹਦਾ ਕਾਰਨ ਇਹ ਸੀ, ਉਹ ਚੰਡੀਗੜ੍ਹ 'ਚ ਬਹੁਤ ਜ਼ਿਆਦਾ ਮਹਿੰਗਾ ਮਿਲਦਾ ਸੀਗਾ। ਤੇ ਮੈਂ ਉਹਨੂੰ ਕਿਹਾ, ਮੈਂ ਯਾਰ ਤੂੰ ਉਰੇ ਬਣਾ ਲਾ, ਹਨਾ। ਤੇ ਮੈਂ ਕਿਹਾ ਕੋਈ ਪੈਸਾ ਨਹੀਂ ਲੈਣਾ ਤੇਤੋਂ। ਤੇ ਉਹ ਕਹਿੰਦਾ ਵੀ ਫਿਰ ਆਪਾਂ ਦਫ਼ਤਰ ਵੀ ਉਰੀ ਬਣਾ ਦੇਣਾ। ਤੇ ਕਹਿੰਦਾ ਫਿਰ ਮੈਨੂੰ ਇਹ ਤੁਸੀਂ ਜਗ੍ਹਾ ਦੇ ਦਿਓ ਤੇ ਆਪਾਂ ਉਰੇ ਵਧੀਆ ਫਾਰਮ ਹਾਊਸ ਬਣਾ ਲਾਂਗੇ। ਤੇ ਮੈਂ ਕਿਹਾ ਵੀ ਤੂੰ ਆਹ ਸਾਰੀ ਜਗ੍ਹਾ ਆਪਣੀਆਂ ਜਿਹੜਾ ਤੈਨੂੰ ਪਸੰਦ ਆਉਂਦਾ 1 ਕਿੱਲਾ ਲੈ ਲਾ, ਕੋਈ ਪੈਸਾ ਨਹੀਂ ਵੀ ਤੈਨੂੰ ਉਹ। ਤੇ ਅੱਜ ਵੀ ਆਪਾਂ ਉਸ ਗੱਲ ਤੇ ਖੜੇ ਆਂ। ਤੇ ਜਿਹੜੀ ਜਗ੍ਹਾ ਉਹਨੇ ਪਸੰਦ ਕਰੀ ਤੀ ਰੋਡ ਤੇ, ਹਾਲਾਂਕਿ ਬਹੁਤ ਕੀਮਤੀ ਹੈ, ਤੇ 1 ਕਿੱਲਾ
ਇਹਦੇ 'ਚ ਖਾਲਸਾ ਏਡ ਨੇ ਸੰਪਰਕ ਕਰਿਆ ਮੇਰੇ ਨਾਲ ਤੇ ਉਰੇ ਜੰਗਲ ਲਵਾ ਦੇਣਾ ਹੈ ਦੀਪ ਸਿੱਧੂ ਦੀ ਯਾਦ 'ਚ। ਹੁਣ ਜਾਣੀ ਕਿ ਕੋਈ ਫਾਰਮ ਹਾਊਸ ਨਹੀਂ ਬਣੇਗਾ। ਬਾਈ ਦੀਪ ਸਿੱਧੂ ਦੀ ਜਿਹੜੀ ਇੱਛਾ ਸੀਗੀ ਫਾਰਮ ਹਾਊਸ ਬਣਾਉਣ ਦੀ, ਉਹ ਇੱਛਾ ਬਾਈ ਦੀਪ ਸਿੱਧੂ ਦੇ ਨਾਲ ਚਲੀ ਗਈ, ਪਰ ਜਿਹੜੀ ਤੁਸੀਂ ਉਹਨਾਂ ਨਾਲ ਕਮੈਂਟਮੈਂਟ ਕੀਤੀ, ਜ਼ਬਾਨ ਕੀਤੀ, ਉਹਨੂੰ ਤੁਸੀਂ ਪੂਰਾ ਕਰੋਗੇ। ਹੁਣ ਬਾਈ ਦੀਪ ਸਿੱਧੂ ਦੀ ਯਾਦ 'ਚ ਇੱਥੇ ਜੰਗਲ ਲੱਗੇਗਾ। ਬਿਲਕੁਲ ਜੀ, ਇੱਥੇ ਬੂਟੇ ਲਾ ਦੇਣੇ ਨੇ, ਜੰਗਲ ਲਾ ਦੇਣਾ ਹੈ, ਗੱਬੇ ਬੈਠਣ ਨੂੰ ਕੋਈ ਰਾਹੀ ਮੀਂਹ ਕਣੀ 'ਚ ਬਹਿ ਜਾਂਦਾ, ਸ਼ੈੱਡ ਪਾ ਦਾਂਗੇ ਛੋਟਾ ਜਿਹਾ 10 ਬਾਈ 10 ਦਾ 12 ਬਾਈ 12 ਦਾ। ਤਲਵਾੜਾ ਜੀ, ਇਹ ਜਿਹੜਾ ਪਿੱਪਲ ਖੜਾ ਹੈਗਾ ਇਹ ਤੁਹਾਡੇ ਹੀ ਖੱਤੇ ਦੇ ਵਿੱਚ ਆ ਜਾਂ ਕਿੱਦਾਂ ਇਸ ਪਿੱਪਲ ਦੀ ਜਿਹੜੀ ਸਾਂਭ ਸੰਭਾਲ, ਕਿਉਂਕਿ ਇਹ ਜੇ ਅਸੀਂ ਨਜ਼ਰ ਮਾਰਦੇ ਹਾਂ ਤਾਂ ਅੱਜ ਇਹ ਸੜਕ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਇਹਦੇ ਵੀ ਜੀ ਬੜੀ ਪੁਰਾਣੀ ਇੱਕ ਰੌਚਕ ਉਹ ਹੈ, ਹਾਂ ਇਹਦੀ ਕਹਾਣੀ ਹੈ। ਇਹ ਨਾ ਰਸਤੇ ਦੇ ਬਿਲਕੁਲ ਗੱਬੇ ਹੈ, ਬਿਲਕੁਲ ਗੱਬੇ ਹੈ, ਤੁਸੀਂ ਦੇਖ ਸਕਦੇ ਹੋ, ਦਿਖਾਓ ਜੀ ਜ਼ਰੂਰ। ਇਹ ਨਾ ਰਸਤੇ ਦੇ ਬਿਲਕੁਲ ਗੱਬੇ ਹੈ। ਕਿਸੇ ਬਜ਼ੁਰਗ ਨੂੰ ਮੇਰੇ ਬਾਬਾ ਜੀ ਦੱਸਦੇ ਹੁੰਦੇ ਸੀ ਵੀ ਕਿਸੇ ਬਜ਼ੁਰਗ ਨੂੰ ਪਿੱਪਲ ਲਾਉਣ ਨੂੰ ਕਿਸੇ ਨੇ ਕਿਹਾ, ਮਹਾਪੁਰਸ਼ ਨੇ, ਵੀ ਰਸਤੇ ਦੇ ਗੱਬੇ ਪਿੱਪਲ ਲਾ, ਤੇ ਉਹਨੇ ਇਹ ਰਸਤੇ ਦੇ ਗੱਬੇ ਪਿੱਪਲ ਲਾਤਾ ਤੇ ਆਪਾਂ ਇਹਨੂੰ ਪਟਾਇਆ ਨਹੀਂ ਉੱਥੇ ਸਾਰੇ ਦਰਖਤ ਪੱਟੇ ਗਏ। ਕਿਸੇ ਜਗ੍ਹਾ ਛੱਡਤੀ ਆ ਰਸਤੇ ਦੇ ਵਿਚਾਲੇ ਪਿੱਪਲ ਕਿਸੇ ਨੂੰ ਡਿੱਕਾ ਲਾਉਣ ਲਈ ਲਾਇਆ ਸੀ, ਕੀ ਸੀ? ਅਕਸਰ ਜਾਣੀ ਕਿ ਉਹ ਇੱਕ ਕਹਾਵਤਾਂ ਬਣੀਆਂ ਨੇ ਵੀ ਪਿੱਪਲ ਲਾਤਾ ਕਿਸੇ ਦੇ। ਇਹ ਜੀ ਨਹੀਂ ਸੀ ਕੋਈ ਗੱਲ, ਉਹ ਵੈਸੇ ਹੀ ਕਿਸੇ ਨੇ ਮਹਾਪੁਰਸ਼ ਨੇ ਦੱਸਤਾ ਹੋਊਗਾ ਤੇ ਇਹ ਲਾਤਾ, ਪਰ ਆਪਾਂ ਇਹਨੂੰ ਪੱਟਿਆ ਨਹੀਂ, ਨਾ ਪਟਾਇਆ। ਤੇ ਰਾਹਗੀਰਾਂ ਵਾਸਤੇ ਨਲਕਾ ਵੀ ਲਾਇਆ ਹੋਇਆ ਤੇ ਆ ਜਗ੍ਹਾ ਇੱਧਰ ਛੱਡਤੀ। ਇਹ ਉਰੀ ਰਹਿ ਜਣੀਆਂ ਨੇ ਜਗ੍ਹਾ ਜੁਗਾ, ਹਨਾ, ਇੱਥੇ ਰਹਿ ਜਾਣੀਆਂ ਜੀ। ਸਹੀ ਗੱਲ। ਤਲਵਾੜਾ ਜੀ, ਇਹ ਨਲਕਾ ਚਾਲੂ ਹਾਲਤ ਚ ਅੱਜ? ਅੱਛਾ, ਚਾਲੂ ਹਾਲਤ ਚ। ਬਾਈ ਦੀਪ ਸਿੱਧੂ ਨੇ ਜੋ ਚਾਹਿਆ ਸੀਗਾ, ਫਾਰਮ ਹਾਊਸ ਬਣਾਉਣਾ ਚਾਹਿਆ ਸੀਗਾ, ਫਾਰਮ ਹਾਊਸ ਅੱਜ ਜਿਹੜਾ ਹੈ ਨਹੀਂ ਬਣੂਗਾ ਇੱਥੇ, ਪਰ ਫਾਰਮ ਹਾਊਸ ਦੀ ਜਗ੍ਹਾ ਜਿਹੜੀ ਹੈ ਦੀਪ ਸਿੱਧੂ ਬਾਈ ਨੂੰ ਪਸੰਦ ਆਈ ਸੀ। ਅੱਜ ਤੁਸੀਂ ਇੱਥੇ ਜੰਗਲ ਲਵਾ ਰਹੇ ਹੋ। ਬਿਲਕੁਲ ਜੀ, ਬਿਲਕੁਲ। ਜੰਗਲ ਖਾਲਸਾ ਏਡ ਦੀ ਮਦਦ ਨਾਲ ਲੱਗੇਗਾ? ਹਾਂਜੀ, ਖਾਲਸਾ ਏਡ ਨੇ ਕਿਹਾ ਵੀ ਅਸੀਂ ਵਧੀਆ ਤਰੀਕੇ ਨਾਲ ਰਸਤੇ ਛੱਡ ਕੇ ਸੈਰ ਕਰਨ ਨੂੰ ਇੱਕ ਜਣੀ ਦਰਖਤ ਨੇ ਜਿਹੜੇ ਉਹ ਵਿਰਾਸਤੀ ਦਰਖਤ ਲਾਏ ਜਾਣਗੇ, ਪੁਰਾਣੇ ਇਹ ਨਹੀਂ ਹੈ ਵੀ ਆ ਹੁਣ ਵਾਲੇ ਲਾਏ ਜਾਣਗੇ। ਕੁਛ ਫੁੱਲ ਬੂਟੇ ਵੀ ਉਹ ਲਾਉਣਗੇ ਤੇ ਇੱਕ ਗੱਬੇ ਆਪਾਂ 10 ਬਾਈ 10 12 ਬਾਈ 12 ਦਾ ਸੰਗਤ ਕੋਈ ਆਉਂਦਾ ਜਾਂਦਾ ਮੀਂਹ ਕਣੀ 'ਚ, ਕੋਈ ਧੁੱਪ 'ਚ ਉਰੇ ਬੈਠ ਜਿਆ ਕਰੂਗਾ ਤੇ ਉਹ ਲਵਾਵਾਂਗੇ। ਤੇ ਬਾਕੀ ਇਹ ਜਗ੍ਹਾ ਉਹਦੇ ਨਾਲ ਵਾਅਦਾ ਕੀਤਾ ਸੀ ਉਹਦੀ ਉਹ ਨਿਭਾਤਾ, ਆਪਣਾ ਵਾਅਦਾ ਜੋ ਕੀਤਾ ਸੀ ਉਹ ਜਿਹੜੇ ਉਹਦੇ ਨਾਲ ਕਰੇ ਨੇ, ਜਾਂ ਜੋ ਉਹ ਕਹਿੰਦਾ ਹੁੰਦਾ ਸੀ, ਆਪਾਂ ਰਹੀਏ ਨਾ ਰਹੀਏ ਇਹ ਕੋਈ ਮੈਟਰ ਨਹੀਂ। ਦਰਸ਼ਕੋ, ਇੱਕ ਸਵਾਲ ਹੈ ਤੁਹਾਨੂੰ, ਜੇ ਉਹ ਸਵਾਲ ਸਾਡਾ ਸਹੀ ਲੱਗਿਆ ਤਾਂ ਜਵਾਬ ਵੀ ਦਿਓ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ। ਸਾਡੇ ਨਾਲ ਭਾਈ ਤਲਵਾੜਾ ਜੀ ਖੜੇ ਨੇ। ਕਿ ਭਾਈ ਤਲਵਾੜਾ ਜੀ ਨੇ ਜੋ ਬਾਈ ਦੀਪ ਸਿੱਧੂ ਨਾਲ ਵਾਅਦੇ ਕੀਤੇ, ਜਿਵੇਂ ਇਹਨਾਂ ਨੇ ਕਿਹਾ ਹੈ ਕਿ ਉਹ ਪੂਰੇ ਕੀਤੇ ਨੇ, ਸਾਡੀ ਨਜ਼ਰ 'ਚ ਵੀ ਸਾਨੂੰ ਵੀ ਲੱਗਦਾ ਹੈ ਕਿ ਜੋ ਕਿਹਾ ਉਹ ਕੀਤਾ ਹੈ। ਜੇਕਰ ਵਾਰਸ ਪੰਜਾਬ ਦੀ ਜਥੇਬੰਦੀ ਦਾ ਦਫ਼ਤਰ ਬਣਾਉਣ ਦੀ ਗੱਲ ਕੀਤੀ, ਉਹ ਬਣਾਇਆ। ਵਾਰਸ ਪੰਜਾਬ ਦੀ ਜਥੇਬੰਦੀ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹ ਵੀ ਅੱਜ ਜਿਹੜੇ ਨੇ ਇਹਨਾਂ ਨੇ ਨਿਯੁਕਤ ਕਰ ਦਿੱਤੇ ਨੇ, ਉਹਨਾਂ ਦੀ ਅਨਾਊਂਸਮੈਂਟ ਹੋ ਚੁੱਕੀ ਹੈ। ਬਾਈ ਦੀਪ ਸਿੱਧੂ ਨੇ ਜੋ ਜ਼ਮੀਨ ਚਾਹੀ ਸੀਗੀ ਫਾਰਮ ਹਾਊਸ ਬਣਾਉਣ ਦੇ ਲਈ, ਉਹ ਜ਼ਮੀਨ ਆ ਜਿਹੜੀ ਅੱਜ ਬਾਈ ਦੀਪ ਸਿੱਧੂ ਦੇ ਨਾਂ ਦੇ ਉੱਪਰ ਜਿਹੜੀ ਹੈ ਭਾਈ ਪਲਵਿੰਦਰ ਸਿੰਘ ਤਲਵਾੜਾ ਨੇ ਜਿਹੜੀ ਉਹ ਜ਼ਮੀਨ ਹੈ ਬਾਈ ਦੀਪ ਸਿੱਧੂ ਦੇ ਨਾਂ ਦੇ ਉੱਪਰ ਛੱਡ ਦਿੱਤੀ ਹੈ। ਜੇ ਮੈਂ ਤੁਹਾਨੂੰ ਦੱਸਾਂ ਕਿ ਜੋ ਇੱਥੇ ਦਾ ਨਜ਼ਾਰਾ ਹੈ, ਹਨੇਰਾ ਹੋ ਚੁੱਕਿਆ ਹੈ, ਪਰ ਪਿੱਪਲ ਦੇ ਉੱਪਰ ਕੋਇਲਾਂ ਨੇ ਜਿਹੜੀਆਂ ਉਹ ਬੋਲਦੀਆਂ ਨੇ, ਕਿਤੇ ਸੁਣਨ ਨੂੰ ਨਹੀਂ ਮਿਲਦੀਆਂ ਅੱਜ ਕੱਲ੍ਹ। ਜੇ ਅਸੀਂ ਗੱਲ ਕਰ ਲਈਏ ਜਿਸ ਇਲਾਕੇ ਦੇ ਵਿੱਚ ਅਸੀਂ ਖੜੇ ਹਾਂ, ਇੰਡਸਟਰੀਅਲ ਏਰੀਆ, ਇਹ ਗੋਬਿੰਦਗੜ੍ਹ ਸ਼ਹਿਰ ਆ ਜਿਹੜਾ, ਉਹਦੇ ਵਿੱਚ ਵੱਸਦਾ ਹੈ ਪਿੰਡ ਤਲਵਾੜਾ। ਗੋਬਿੰਦਗੜ੍ਹ ਸ਼ਹਿਰ ਦੇ ਵਿੱਚ ਜਿਹੜੇ ਮੌਸਮ ਦੇ ਵਿੱਚ ਅਸੀਂ ਜਾਂ ਜਿਸ ਵਾਤਾਵਰਨ ਦੇ ਵਿੱਚ ਅਸੀਂ ਖੜੇ ਹਾਂ, ਇੱਦਾਂ ਲੱਗਦਾ ਹੈ ਕਿ ਕਿਸੇ ਵੀ ਸ਼ਹਿਰ ਦੇ ਨਾਲ ਦੂਰ ਨੇੜੇ ਤੱਕ ਜੇ ਕਹਿ ਦਈਏ ਵੀ ਤਲਵਾੜਾ ਪਿੰਡ ਦਾ ਕੋਈ ਨਾਤਾ ਨਹੀਂ ਹੋਏਗਾ। ਪਰ ਤਲਵਾੜਾ ਜਿਹੜਾ ਗੋਬਿੰਦਗੜ੍ਹ ਦੀ ਛਾਤੀ ਦੇ ਉੱਪਰ ਵੱਸਦਾ ਹੈ ਤਲਵਾੜਾ ਪਿੰਡ, ਪਰ ਫਿਰ ਵੀ ਇੱਥੇ ਦਾ ਵਾਤਾਵਰਨ ਇੰਨਾ ਕੁ ਵਧੀਆ, ਉਹ ਵੀ ਇਸ ਏਰੀਏ ਦਾ। ਕਿਉਂਕਿ ਇੱਥੇ ਜਿਹੜਾ এনवायरमेंट ਦਾ ਫਰੈਂਡਲੀ ਦਰਖਤ ਆ ਜਿਹੜਾ ਉਹ ਖੜਾ ਸਾਡੇ ਕੋਲੇ, ਉਰੇ ਪਿੱਪਲ, ਇਦਾਂ ਦੇ ਹੀ ਦਰਖਤ ਜਿਹੜੇ ਇਹਨਾਂ ਨੇ ਕਿਹਾ ਕਿ ਵਿਰਾਸਤੀ ਦਰਖਤ ਨੇ ਜਿਹੜੇ ਉਹ ਲਗਾਏ ਜਾਣਗੇ। ਠੀਕ ਹੈ ਜੀ ਤਲਵਾੜਾ ਜੀ? ਹਾਂਜੀ ਬਿਲਕੁਲ। ਤੇ ਇੱਕ ਤਲਵਾੜਾ ਜੀ, ਇੱਕ ਗੱਲ ਹੋਰ, ਬਾਈ ਦੀਪ ਸਿੱਧੂ ਬਾਰੇ ਆਪਾਂ ਬਹੁਤ ਗੱਲਾਂ ਕਰੀਆਂ ਨੇ, ਕਿਉਂਕਿ ਜਿੰਨੀਆਂ ਵੀ ਗੱਲਾਂ ਕਰੀ ਜਾਓ ਕਦੇ ਮੁੱਕਦੀਆਂ ਨਹੀਂ ਹੈਗੀਆਂ ਗੱਲਾਂ। ਬਾਕੀ ਜਿਹੜੇ ਸੁਣਨ ਵਾਲੇ ਸਰੋਤੇ ਨੇ, ਜਿਹੜੇ ਦੀਪ ਸਿੱਧੂ ਨੂੰ ਚਾਹੁੰਦੇ ਨੇ, ਉਹ ਵੀ ਸੁਣਨੀਆਂ ਚਾਹੁੰਦੇ ਨੇ। ਬਾਈ ਦੀਪ ਸਿੱਧੂ ਦੀ ਜਿਹੜੀ ਚੀਜ਼ ਨੂੰ ਲੋਕ ਪਸੰਦ ਕਰਦੇ ਸੀ ਉਹ ਕੀ ਸੀ? ਇੰਟੈਲੀਜੈਂਸ ਸੀ।
ਜਾਂ ਕਹਿ ਦਈਏ ਕਿ ਵਿਦਵਾਨ ਨੌਲੇਜ ਇੰਨੀ ਜ਼ਿਆਦਾ ਸੀ ਬਾਈ ਦੀਪ ਸਿੱਧੂ ਰੱਖਦਾ। ਉਹ ਨੌਲੇਜ ਕਾਹਦੇ ਕਰਕੇ ਸੀ? ਕਿਤਾਬਾਂ ਕਰਕੇ ਸੀ। ਬਾਈ ਦੀਪ ਸਿੱਧੂ ਉੱਥੇ ਆਪਾਂ ਅੰਦੋਲਨ 'ਚ ਵੀ ਦੇਖਿਆ ਕਿ ਕਿਤਾਬਾਂ ਪੜ੍ਹਦਾ ਰਹਿੰਦਾ ਸੀਗਾ। ਜਿਸ ਦਿਨ ਬਾਈ ਦੀਪ ਸਿੱਧੂ ਦਾ ਐਕਸੀਡੈਂਟ ਹੋਇਆ ਉਸ ਦਿਨ ਬਹੁਤੇ ਲੋਕਾਂ ਨੇ ਜਿਹੜਾ ਬਾਈ ਦੀਪ ਸਿੱਧੂ ਨਾਲ ਗਲਤ ਜਿਹੜੀਆਂ ਉੱਥੇ ਦੀਆਂ ਤਸਵੀਰਾਂ ਵਗੈਰਾ ਜੋੜੀਆਂ ਨੇ, ਪਰ ਉਸ ਐਕਸੀਡੈਂਟ ਦੇ ਵਿੱਚ ਵੀ ਬਾਈ ਦੀਪ ਸਿੱਧੂ ਦੀ ਗੱਡੀ ਦੇ ਵਿੱਚੋਂ ਇੱਕ ਬੁੱਕ ਮਿਲੀ ਹੈ। ਉਸ ਬੁੱਕ ਦਾ ਜ਼ਿਕਰ ਬਹੁਤ ਘੱਟ ਲੋਕਾਂ ਨੇ ਕੀਤਾ। ਬਾਈ ਦੀਪ ਸਿੱਧੂ ਜੇ ਵਿਦਵਾਨ ਬਣਿਆ ਸੀ, ਇੰਨੀ ਸੋਚ ਜਿਹੜੀ ਲੰਬੀ ਸੀ, ਉਹਨਾਂ ਦੀ ਗਹਿਰੀ ਸੋਚ ਸੀ, ਤਾਂ ਉਹ ਕਿਤਾਬਾਂ ਕਰਕੇ ਸੀ। ਬਾਈ ਦੀਪ ਸਿੱਧੂ ਦੀ ਉਸ ਸੋਚ ਨੂੰ ਲੈ ਕੇ, ਕਿਤਾਬਾਂ ਨੂੰ ਲੈ ਕੇ ਜਿਹੜਾ ਹੈ ਕੁਝ ਕਰ ਰਹੀ ਹੈ ਵਾਰਸ ਪੰਜਾਬ ਦੀ ਜਥੇਬੰਦੀ। ਹਾਂਜੀ, ਇਹਦੇ ਵਾਸਤੇ ਅਸੀਂ 5 ਪਿੰਡ ਚੁਣੇ ਨੇ, ਲਾਇਬ੍ਰੇਰੀਆਂ ਬਣਾ ਰਹੇ ਹਾਂ 5 ਪਿੰਡਾਂ ਦੇ ਵਿੱਚ, ਬਹੁਤ ਵਧੀਆ ਵੱਡੀਆਂ, ਤੇ ਖਾਲਸਾ ਏਡ ਉਹਦੇ ਵਿੱਚ ਸਾਡੀ ਸਪੋਰਟ ਕਰ ਰਹੀ ਹੈ ਜੀ। 5 ਪਿੰਡ ਅਸੀਂ ਚੁਣੇ ਨੇ। ਸਾਡਾ ਪਿੰਡ ਵੀ ਤਲਵਾੜਾ ਉਹਨਾਂ ਦੇ ਵਿੱਚ ਇੱਕ ਹੈ, ਉਦੇ ਕਰਨ, ਜਿੱਥੇ ਦੀਪ ਦਾ ਬਚਪਨ, ਤੇ ਜਿੱਥੇ ਆਪਣਾ ਬਹਿਮਣ ਦੀਵਾਨਾ ਜਿੱਥੇ ਦੀਪ ਪੜ੍ਹਿਆ, ਮੋਰਾਂ ਵਾਲੀ ਸਰਦਾਰ ਤਰਸੇਮ ਸਿੰਘ ਜਿਹੜੇ ਸਾਡੇ ਢਾਡੀ ਨੇ ਪੰਥਕ, ਉਹਨਾਂ ਦੇ ਪਿੰਡ, ਤੇ 5 ਪਿੰਡ ਚੁਣੇ ਨੇ ਜੀ। ਸਾਡਾ ਪਿੰਡ ਵੀ ਉਹਦੇ ਵਿੱਚ ਹੈ, ਤੇ ਉੱਥੇ ਲਾਇਬ੍ਰੇਰੀਆਂ ਇਸ ਪਹਿਲੀ ਟਰਮ 'ਚ 5 ਬਣਾਵਾਂਗੇ, ਫਿਰ ਅੱਗੇ 11 ਜਾਂ 21 ਚੁਣਾਂਗੇ, ਤੇ ਫਿਰ 11 ਜਾਂ 21 ਪਿੰਡਾਂ 'ਚ ਫਿਰ ਲਾਇਬ੍ਰੇਰੀਆਂ ਖੋਲਾਂਗੇ ਦੀਪ ਦੀ ਯਾਦ ਵਿੱਚ। ਇਹ ਵੀ 5 ਲਾਇਬ੍ਰੇਰੀਆਂ ਨੇ ਦੀਪ ਦੀ ਯਾਦ ਵਿੱਚ ਖੋਲ ਰਹੇ ਹਾਂ। ਜੋ ਦੀਪ ਵਾਅਦਾ ਕਰਦਾ ਹੁੰਦਾ ਸੀ, ਗੱਲਾਂ ਸਾਡੇ ਨਾਲ ਕਰਦਾ ਹੁੰਦਾ ਸੀ, ਉਹਦਾ ਇੱਕ ਪੂਰਾ ਕਰਾਂਗੇ ਜਿੰਨਾ ਚਿਰ ਜਿਉਂਦੇ ਆ। ਠੀਕ ਆ, ਜਿੰਨਾ ਚਿਰ ਜਿਉਂਦੇ ਆ ਉਨਾ ਚਿਰ ਉਹਦੀ ਗੱਲ ਤੇ ਵੀ ਖੜਾਂਗੇ। ਕੌਮ ਦੀ ਚੜ੍ਹਦੀ ਕਲਾ, ਖਾਲਸਾ ਪੰਥ ਦੀ ਚੜ੍ਹਦੀ ਕਲਾ, ਤੇ ਉਹਦੀ ਵੀ ਗੱਲ ਕਰਾਂਗੇ। ਪਾਤਸ਼ਾਹੀ ਦਾਵਾ ਕੌਮ ਦਾ, ਇਹ ਨਹੀਂ ਹੈ ਵੀ ਕੋਈ ਪੰਜਾਬ ਪੱਖੀ ਅਸੀਂ ਕੋਈ ਪੋਲੀਟਿਕਸ ਕਰਨ ਆਏ ਆ। ਦੀਪ ਇੱਕ ਗੱਲ ਕਹਿੰਦਾ ਹੁੰਦਾ ਸੀ ਕਿ ਉਹ ਨਾ ਇਲੈਕਸ਼ਨ ਲੜੂਗਾ, ਤੇ ਨਾ ਕੋਈ ਪ੍ਰਧਾਨਗੀਆਂ ਦੇ ਚੱਕਰ 'ਚ ਪਊਗਾ, ਤੇ ਨਾ ਕਿਸੇ ਹੋਰ 'ਚ। ਅਸੀਂ ਵੀ ਬਿਲਕੁਲ, ਜਿਹੜੇ ਆ ਲੋਕ ਕਹਿੰਦੇ ਨੇ ਨਾ ਕਿ ਸ਼ਾਇਦ ਮੈਂ ਪ੍ਰਧਾਨਗੀ ਜਾਂ ਉਹਦੇ ਵਾਸਤੇ, ਜੇ ਮੈਂ ਪ੍ਰਧਾਨ ਬਣਨਾ ਹੁੰਦਾ ਮੈਂ ਦੀਪ ਦੇ ਹੁੰਦੇ ਬਣ ਜਾਂਦਾ। ਅਸੀਂ ਦੋਹਾਂ ਨੇ ਸਹੁੰ ਪਾਈ ਹੋਈ ਸੀ ਕਿ ਨੌਜਵਾਨ ਅੱਗੇ ਲੈ ਕੇ ਆਉਣੇ ਨੇ, ਪੜ੍ਹੇ ਲਿਖੇ ਨੌਜਵਾਨ ਅੱਗੇ ਲੈ ਕੇ ਆਉਣੇ ਨੇ, ਨਾ ਕਿ ਆਪ ਸਾਰਾ ਕੁਝ ਕਰਨਾ। ਮੇਰੀ ਤੁਸੀਂ ਇੱਕ ਸਪੀਚ ਕੱਢ ਕੇ ਦਿਖਾ ਦਿਓ, ਇੱਕ ਸ਼ਬਦ ਕੱਢ ਕੇ ਦਿਖਾ ਦਿਓ ਜਿੱਥੇ ਨੌਜਵਾਨੀ ਦੀ ਗੱਲ ਨਹੀਂ ਕਰੀ। ਨੌਜਵਾਨ ਅੱਗੇ ਲੈ ਕੇ ਆਵਾਂਗੇ, ਨੌਜਵਾਨਾਂ 'ਚੋਂ ਹੀ ਪੰਜਾਬ ਪੱਖੀ ਜਿਹੜੀ ਪੋਲੀਟਿਕਸ ਹੈ ਉਹ ਖੜੀ ਕਰਾਂਗੇ, ਜਿਹੜੀ ਕੌਮ ਦੀ, ਖਾਲਸਾ ਪੰਥ ਦੀ, ਪੰਜਾਬ ਦੀ ਗੱਲ ਕਰੂਗੀ ਬਿਲਕੁਲ ਠੋਸ ਤਰੀਕੇ ਨਾਲ, ਜਿਹੜੀ ਦਿੱਲੀ ਦੇ ਸਾਹਮਣੇ ਖੜ ਸਕੂਗੀ ਪੋਲੀਟਿਕਸ, ਉਹ ਖੜੀ ਕਰਾਂਗੇ, ਉਹ ਖੜੀ ਕਰੋਗੇ। ਲਾਇਬ੍ਰੇਰੀਆਂ ਦੀ ਆਪਾਂ ਗੱਲ ਕਰਦੇ ਹਾਂ। ਬਾਈ ਦੀਪ ਸਿੱਧੂ ਜੇਕਰ ਕਹਿ ਦਈਏ ਕਿ ਲਿਟਰੇਚਰ ਪੜ੍ਹਦਾ ਸੀਗਾ, ਬੜੀ ਜਿਹੜੀ ਉਹਨਾਂ ਦੀ ਡੂੰਘੀ ਸੋਚ ਸੀ, ਉਹ ਲਿਟਰੇਚਰ ਕਰਕੇ ਹੀ ਸੀਗਾ। ਅੱਜ ਦਾ ਨੌਜਵਾਨ ਆ ਜਿਹੜਾ ਲਿਟਰੇਚਰ ਤੋਂ ਬਹੁਤ ਦੂਰ ਹੋ ਗਿਆ। ਜੇਕਰ ਗੱਲ ਕਰ ਲਈਏ ਤਾਂ ਪਬਜੀ ਤੋਂ ਟਾਈਮ ਨਹੀਂ ਹੈਗਾ ਨੌਜਵਾਨਾਂ ਨੂੰ, ਜਾਂ ਕਹਿ ਦਈਏ ਕਿ ਨਸ਼ੇ ਦੀ ਜਿਹੜੀ ਦਲਦਲ ਹੈ ਉਹਦੇ ਵਿੱਚ ਨੌਜਵਾਨ ਡੁੱਬ ਗਏ। ਜਿਹੜੇ ਨੌਜਵਾਨ ਡੁੱਬੇ ਹੋਏ ਨੇ ਨਸ਼ਿਆਂ ਦੇ ਵਿੱਚ ਜਾਂ ਕੁਝ ਹੋਰ, ਕਿਉਂਕਿ ਉਹ ਭੜਕੇ ਹੋਏ ਲੋਕ ਨੇ, ਉਹਨਾਂ ਲਈ ਜਿਹੜਾ ਕੁਝ ਕਰਨ ਦਾ ਹੈ ਕੋਈ ਉਪਰਾਲਾ ਆਉਣ ਵਾਲੇ ਸਮੇਂ? ਹਾਂਜੀ ਬਿਲਕੁਲ, ਜਥੇਬੰਦੀ ਇਸ ਸੰਬੰਧੀ ਜਿਹੜੇ ਆਪਣੇ ਧਾਰਮਿਕ ਆਗੂ ਨੇ, ਪੰਥਕ ਢਾਡੀ ਨੇ, ਉਹਨਾਂ ਸਾਰਿਆਂ ਨਾਲ ਅਸੀਂ ਸੰਪਰਕ 'ਚ ਹਾਂ। ਉਹਨਾਂ ਨੂੰ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਇੱਕ ਆਪਾਂ ਧਰਮ ਪ੍ਰਚਾਰ ਦੀ ਲਹਿਰ ਵੀ ਚਲਾਈਏ, ਹੈ ਨਾ। ਅਜਿਹੀ ਲਹਿਰ, ਤੇ ਆਪਾਂ ਦੇਖਿਆ ਨਾ ਕਿ ਸੰਤ ਜਰਨੈਲ ਸਿੰਘ ਉਹਨਾਂ ਨੇ ਕਿੱਡੀ ਬੜੀ ਮੂਵਮੈਂਟ ਖੜੀ ਕਰਤੀ ਸੀ, ਕਿਵੇਂ ਨੌਜਵਾਨਾਂ ਨੇ ਦਾੜੀਆਂ ਰੱਖ ਲੀਆਂ ਸੀ, ਗੋਲ ਦਮਾਲੇ ਬੰਨਣ ਲੱਗ ਗਏ ਸੀ, ਪੀੜੀਆਂ ਪੱਗਾਂ ਦਾ ਕਿਰਾ ਪੰਜਾਬ 'ਚ ਹੜ ਆ ਗਿਆ ਸੀ, ਹੈ ਨਾ। ਪਰ ਉਹਦੇ ਵਾਸਤੇ ਸੰਤਾਂ ਦੀ ਇੱਕ ਕਮਿਟਮੈਂਟ ਸੀ, ਹੈ ਨਾ। ਸੰਤਾਂ ਨੇ ਧਾਰ ਲਈ ਸੀ ਮਨ 'ਚ ਵੀ ਸਿੱਖੀ ਦੀ ਲਹਿਰ ਚਲਾਉਣੀ ਹੈ। ਅਸੀਂ ਵੀ ਸਾਰੇ ਜਿਹੜੇ ਪੰਥਕ ਆਗੂ ਨੇ ਉਹਨਾਂ ਦੇ ਨਾਲ ਟੱਚ 'ਚ ਹੈ, ਉਹਨਾਂ ਦੇ ਨਾਲ ਰਾਬਤਾ ਕਰੀਦਾ, ਉਹਨਾਂ ਨੂੰ ਮਿਲ ਕੇ ਵੀ ਆਈਦਾ। ਜਿਵੇਂ ਰਾਮਪੁਰ ਖੇੜੇ ਵਾਲੇ ਨੇ ਬਾਬਾ ਸੇਵਾ ਸਿੰਘ ਹੁਣੀ, ਰਾਮਪੁਰ ਖੇੜੇ ਵਾਲੇ ਮੋਰਾਂ ਵਾਲੀ ਸਾਹਿਬ ਨੇ, ਸਰਦਾਰ ਤਰਸੇਮ ਸਿੰਘ ਮੋਰਾਂ ਵਾਲੀ ਢਾਡੀ ਨੇ ਪੰਥਕ, ਭਾਈ ਮਹਿਲ ਸਿੰਘ ਹੁਣੀ ਨੇ, ਬਹੁਤ ਵਧੀਆ ਪ੍ਰਚਾਰ ਸਾਰੇ ਢਾਡੀ ਜਥੇ ਆਪਣੇ ਕਰਦੇ ਨੇ। ਇਹਨਾਂ ਸਾਰਿਆਂ ਨੂੰ ਵੀ ਕਹਿ ਰਹੇ ਹਾਂ ਕਿ ਧਾਰਮਿਕ ਸਮਾਗਮ ਪਿੰਡਾਂ 'ਚ ਕਰਾਈਏ, ਤਾਂ ਜੋ ਇੱਕ ਸਿੱਖੀ ਦੀ ਲਹਿਰ, ਨੌਜਵਾਨ ਨਸ਼ਿਆਂ ਵਾਲੇ ਪਾਸਿਓਂ ਟੁੱਟ ਕੇ, ਗਲਤ ਕੰਮਾਂ ਨੂੰ ਟੁੱਟ ਕੇ ਕੌਮ ਲਈ ਜੁੜਨ। ਆਪਾਂ ਦੇਖਿਆ ਕਿ ਸੰਤਾਂ ਨੇ ਕਿੱਡੀ ਵੱਡੀ ਲਹਿਰ ਚਲਾਤੀ ਸੀ ਕਿ ਹਰਜਿੰਦਰ ਸਿੰਘ ਜਿੰਦੇ ਹੋਣੀ, ਸੁੱਖੇ ਹੋਣੀ, ਕਿੱਡੇ ਉਹ ਕਾਲਜਾਂ 'ਚੋਂ ਪੜ੍ਹਦੇ ਆ ਕੇ ਕਿੱਡੇ ਜਰਨੈਲ ਬਣ ਗਏ, ਹੈ ਨਾ। ਭਾਈ ਦਲਜੀਤ ਸਿੰਘ ਬਿੱਟੂ ਹੋਣੀ, ਹੋਰ ਅਨੇਕਾਂ ਹੀ ਨੌਜਵਾਨ, ਹੈ ਨਾ। ਇਹ ਜਿਹੜੀ ਧਰਮ ਦੀ ਲਹਿਰ ਹੈ ਇਹ ਵੀ ਬਹੁਤ ਜ਼ਰੂਰੀ ਹੈ, ਔਰ ਅਸੀਂ ਕੋਸ਼ਿਸ਼ ਕਰਾਂਗੇ ਜਥੇਬੰਦੀ ਵੱਲੋਂ ਕਿ ਇਹ ਇੱਕ ਜਿਹੜੀ ਧਾਰਮਿਕ ਲਹਿਰ ਹੈ ਇਹ ਵੀ ਚਲਾਈ ਜਾਵੇ। ਤਲਵਾੜਾ ਜੀ, ਤੁਸੀਂ ਕਹਿ ਰਹੇ ਹੋ ਕਿ ਜਿਹੜੀ ਧਾਰਮਿਕ ਮੂਵਮੈਂਟ ਚਲਾਈਏ, ਧਾਰਮਿਕ ਮੂਵਮੈਂਟ ਦੀ ਜੇ ਆਪਾਂ ਗੱਲ ਕਰ ਲਈਏ, ਸਿੱਖਾਂ ਦੀ ਜਿਹੜੀ ਸਰਮੌਰ ਸੰਸਥਾ ਹੈ SGPC, ਜਾਂ ਅਕਾਲ ਤਖਤ ਦੀ ਗੱਲ ਕਰ ਲਈਏ,
ਤਾਂ ਅਕਾਲ ਤਖਤ ਦੇ ਜਥੇਦਾਰ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਹੈ ਕਿ ਜਿੰਨੇ ਵੀ ਸਿੱਖ ਨੇ ਉਹਨਾਂ ਨੂੰ ਲਾਇਸੈਂਸੀ ਹਥਿਆਰ ਰੱਖਣੇ ਚਾਹੀਦੇ ਨੇ। ਉਸ ਜਿਹੜੀ ਸਟੇਟਮੈਂਟ ਹੈ ਉਹਨਾਂ ਦੀ, ਜਾਂ ਉਹ ਬਿਆਨ ਨੂੰ ਆਪਾਂ ਕਹਿ ਲਈਏ, ਪਲਵਿੰਦਰ ਸਿੰਘ ਤਲਵਾੜਾ ਕਿਸ ਨਜ਼ਰੀਏ ਨਾਲ ਦੇਖਦਾ ਹੈ ਉਸ ਸਟੇਟਮੈਂਟ ਨੂੰ ਕਿ ਜੋ ਅਕਾਲ ਤਖਤ ਦੇ ਜਥੇਦਾਰ ਨੇ ਬਿਆਨ ਦਿੱਤਾ ਹੈ ਕਿ ਹਰ ਸਿੱਖ ਨੂੰ ਲਾਇਸੈਂਸੀ ਹਥਿਆਰ ਨੇ ਜਿਹੜੇ ਉਹ ਰੱਖਣੇ ਚਾਹੀਦੇ ਆ। ਬਹੁਤ ਵਧੀਆ ਤੁਸੀਂ ਸਵਾਲ ਕੀਤਾ ਹੈ। ਛੇਵੇਂ ਪਾਤਸ਼ਾਹ ਆਪਾਂ ਨੂੰ ਸ਼ਸਤਰਧਾਰੀ ਕਰ ਗਏ, ਦਸਮ ਪਾਤਸ਼ਾਹ ਆਪਾਂ ਨੂੰ ਹਥਿਆਰਬੰਦ ਕਰ ਗਏ ਵੀ ਸਿੱਖ ਹਮੇਸ਼ਾ ਹਥਿਆਰਬੰਦ ਰਹਿਣਾ ਚਾਹੀਦਾ, ਤੇ ਆਪਾਂ ਉਹਨਾਂ ਗੱਲਾਂ ਤੇ ਅਮਲ ਨਹੀਂ ਕਰਿਆ। ਸ਼ਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਿਲੇ ਹੈ। ਇਸ ਕਰਕੇ ਸ਼ਸਤਰ ਤਾਂ ਸਿੱਖ ਨੂੰ ਰੱਖਣੇ ਚਾਹੀਦੇ ਨੇ, ਸਾਡੇ ਗੁਰੂ ਸਾਹਿਬਾਨ ਕਹਿ ਗਏ। ਔਰ ਮੇਰਾ ਇੱਕ ਸੁਭਾਅ ਹੈ ਕਿ ਮੈਂ ਉਹੀ ਗੱਲ ਕਰਦਾ ਹੁੰਦਾ ਜਿਹਦੇ ਤੇ ਪਹਿਰਾ ਦੇ ਸਕਾਂ। ਸੰਤ ਜਰਨੈਲ ਸਿੰਘ ਵੀ ਇਹ ਗੱਲ ਕਹਿੰਦੇ ਹੁੰਦੇ ਸੀ ਨਾ ਕਿ ਕੌਮ ਹਥਿਆਰਬੰਦ ਹੋਣੀ ਚਾਹੀਦੀ ਹੈ। ਇਹ ਜਿਹੜੇ ਹਥਿਆਰਬੰਦ ਕੌਮ ਨੂੰ ਜਥੇਦਾਰ ਸਾਹਿਬ ਨੇ ਬੜਾ ਲੇਟ ਕਿਹਾ, ਬਹੁਤ ਪਹਿਲਾਂ ਕਹਿਣਾ ਚਾਹੀਦਾ ਸੀ। ਤੁਸੀਂ ਦੇਖਿਆ ਵੀ ਅਕਾਲ ਤਖਤ ਸਾਹਿਬ ਤੇ ਮੈਨੂੰ ਬੋਲਣ ਦਾ ਮੌਕਾ ਮਿਲਿਆ, ਮੈਂ ਜਥੇਦਾਰ ਸਾਹਿਬ ਨੂੰ ਇਹ ਗੱਲ ਕਹਿ ਕੇ ਆਇਆ ਸੀ ਕਿ ਤੁਸੀਂ ਆਵਾਜ਼ ਤਾਂ ਮਾਰੋ, ਕਿ ਤੁਸੀਂ ਕੌਮ ਨੂੰ ਤੁਸੀਂ ਮਾਰੀਓ ਨਹੀਂ ਕਦੇ ਆਵਾਜ਼। ਤੇ ਅੱਜ ਜਥੇਦਾਰ ਸਾਹਿਬ ਨੇ ਹਥਿਆਰਬੰਦ ਹੋਣ ਨੂੰ ਕਹਿਤਾ ਕੌਮ ਨੂੰ, ਕਿੰਨਾ ਵਧੀਆ ਰਿਜ਼ਲਟ ਕੌਮ ਨੇ ਦਿੱਤਾ। ਸਾਰੀ ਕੌਮ ਜਥੇਦਾਰ ਸਾਹਿਬ ਦੇ ਨਾਲ ਖੜੀ ਹੈ। ਔਰ ਮੈਂ ਤੁਹਾਨੂੰ ਦੱਸਦਾ, ਗੱਲ ਆਪਦੇ ਤੋਂ ਸ਼ੁਰੂ ਕਰਨੀ ਚਾਹੀਦੀ ਹੈ। 15 ਸਾਲ ਪਹਿਲਾਂ ਮੈਂ 4 ਹਥਿਆਰਾਂ ਦੇ ਲਾਇਸੈਂਸ ਬਣਾਏ ਸੀਗੇ। ਇੱਕ 315 ਬੋਰ, ਇੱਕ 12 ਬੋਰ, ਇੱਕ ਵੱਡੀ 12 ਬੋਰ, ਇੱਕ ਛੋਟੀ 12 ਬੋਰ, ਇੱਕ 32 ਬੋਰ ਦਾ ਰਿਵਾਲਵਰ, ਜਿਨ੍ਹਾਂ ਦੇ ਵਿੱਚੋਂ 2 ਭਾਈ ਦਲਜੀਤ ਸਿੰਘ ਤੋਂ ਫੜੇ ਗਏ ਸੀ। ਇੱਕ 315 ਬੋਰ ਤੇ ਇੱਕ ਰਿਵਾਲਵਰ। ਤੁਹਾਡੇ ਹਥਿਆਰ? ਮੇਰੇ ਹਥਿਆਰ ਜਿਹੜੇ ਸੀਗੇ 315 ਬੋਰ ਰਿਵਾਲਵਰ, ਤੇ ਉਹਨਾਂ ਦਾ ਪਰਚਾ ਹੋਇਆ ਸੀ, ਉਹਦੇ 'ਚ ਬਰੀ ਹੋ ਗਏ, ਹੈ ਨਾ। ਜਦੋਂ ਕੌਮ ਦਾ ਜਰਨੈਲ, ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਨੇ। ਜਦੋਂ ਭਾਈ ਦਲਜੀਤ ਸਿੰਘ ਜੇਲ੍ਹ 'ਚੋਂ ਆਇਆ ਨਾ, ਸਾਨੂੰ ਲੱਗਿਆ ਵੀ ਕਿਤੇ ਕੋਈ ਇਹਦੇ ਤੇ ਅਟੈਕ ਨਾ ਕਰ ਦੇਵੇ, ਕੋਈ ਉਹ ਨਾ ਕਰ ਦੇਵੇ, ਤਾਂ ਪਲਵਿੰਦਰ ਸਿੰਘ ਜਿਹੜੇ ਉਹਦੇ ਨਾਲ ਹਥਿਆਰ ਚੱਲਦੇ ਹੁੰਦੇ ਸੀ, ਉਹ ਪਲਵਿੰਦਰ ਸਿੰਘ ਤਲਵਾੜੇ ਦੇ ਹੁੰਦੇ ਸੀ। ਔਰ ਉਹ 15 ਅਗਸਤ ਨੂੰ ਉਰੇ ਇਸੜੂ ਫੜੇ ਗਏ ਸੀਗੇ, ਔਰ ਉਹ ਕੇਸ ਬਰੀ ਹੋ ਗਿਆ, ਹੈ ਨਾ। ਸ਼ਸਤਰਧਾਰੀ ਤਾਂ ਹੋਣਾ ਚਾਹੀਦਾ ਹੈ, ਆਪਾਂ ਨੂੰ ਆਪਣੇ ਗੁਰੂ ਸਾਹਿਬਾਨ ਕਹਿ ਕੇ ਗਏ ਨੇ, ਸੰਤ ਜਰਨੈਲ ਸਿੰਘ ਕਹਿੰਦੇ ਹੁੰਦੇ ਸੀ। ਨਾਲੇ ਲਾਇਸੈਂਸੀ ਹਥਿਆਰ ਕਿਹਾ। ਤੁਸੀਂ ਇਹ ਦੇਖੋ ਕਿ ਅਕਾਲ ਤਖਤ ਸਾਹਿਬ ਦੀ ਕਿੱਡੀ ਵੱਡੀ ਗੱਲ ਹੈ ਦਿੱਲੀ ਤਖਤ ਨਾਲੋਂ। ਅਕਾਲ ਤਖਤ ਸਾਹਿਬ ਨੇ ਇੱਕ ਮਾੜੀ ਜੀ ਕਾਲ ਦਿੱਤੀ ਆ ਕਿ ਹਥਿਆਰਬੰਦ ਹੋ ਜਾਓ, ਦਿੱਲੀ ਤਖਤ ਦੀਆਂ ਚੀਕਾਂ ਨਿਕਲ ਗਈਆਂ। ਪੰਜਾਬ ਦੇ ਮੌਜੂਦਾ ਸੀਐਮ ਭਗਵੰਤ ਸਿੰਘ ਮਾਨ, ਤਾਂ ਉਹਨਾਂ ਨੇ ਕਿਹਾ ਇਸ ਸਟੇਟਮੈਂਟ ਨੂੰ ਲੈ ਕੇ, ਉਹਨਾਂ ਨੇ ਵੀ ਇੱਕ ਸਟੇਟਮੈਂਟ ਦਿੱਤੀ ਹੈ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਇਦਾਂ ਦੀਆਂ ਸਟੇਟਮੈਂਟਾਂ ਨਹੀਂ ਦੇਣੀਆਂ ਚਾਹੀਦੀਆਂ, ਧਰਮ ਪ੍ਰਚਾਰ ਕਰਨਾ। ਦੇਖੋ, ਕਹਿਣਾ ਤੁਹਾਨੂੰ ਇਹ ਚਾਹੀਦਾ ਸੀ ਕਿ ਜਥੇਦਾਰ ਸਾਹਿਬ ਨੇ ਚੜ੍ਹਦੀ ਕਲਾ ਵਾਲੀ ਸਟੇਟਮੈਂਟ ਦਿੱਤੀ, ਉਹ ਪਹਿਲੀ ਵਾਰ ਹੈ, ਠੀਕ ਹੈ। ਉਹਦਾ ਵੀ ਕਾਰਨ ਹੈ, ਉਹ ਗੱਲ 'ਚ ਆਪਾਂ ਪੈਣਾ ਨਹੀਂ ਹਲੇ ਹੈਗਾ, ਉਹ ਗੱਲ, ਕਿਉਂਕਿ ਸਮਾਂ ਨਹੀਂ ਹੈਗਾ, ਇਹ ਗੱਲ ਨਹੀਂ ਆਪਾਂ ਚੱਲ ਰਹੇ। ਜਥੇਦਾਰ ਸਾਹਿਬ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਬੜੀ ਚੜ੍ਹਦੀ ਕਲਾ ਵਾਲੀ ਹੈ, ਔਰ ਮੈਂ ਨਿੱਜੀ ਤੌਰ ਤੇ ਵੀ ਉਹਦੀ ਸਪੋਰਟ ਕਰਦਾ। ਸਾਡੀ ਜਥੇਬੰਦੀ ਵਾਰਸ ਪੰਜਾਬ ਦੇ ਵੀ ਉਹਦੀ ਸਪੋਰਟ ਕਰਦੀ ਹੈ ਕਿ ਜਿੰਨੇ ਜੋਗੇ ਹੈਗੇ ਆ ਹਥਿਆਰ ਖਰੀਦਣੇ ਚਾਹੀਦੇ ਨੇ। ਜੇ ਜੂਨ 84 'ਚ ਨਾ, ਜੂਨ 84 'ਚ ਜਿਹੜੇ ਦੰਗੇ ਹੋਏ ਨੇ, ਜੇ ਕੌਮ ਹਥਿਆਰਬੰਦ ਹੁੰਦੀ, ਲਾਇਸੈਂਸੀ ਹਥਿਆਰ ਹੁੰਦੇ, ਜ਼ਰੂਰਤ ਨਹੀਂ ਸੀ ਕਿਸੇ ਦੀ। ਅੱਛਾ ਤਲਵਾੜਾ ਜੀ, ਜੇ ਕੋਈ ਬੰਦਾ ਲਾਇਸੈਂਸ ਅਪਲਾਈ ਕਰਦਾ, ਉਹ ਸਰਕਾਰ ਨੇ ਦੇਖਣਾ ਹੈ, ਡੀਸੀ ਨੇ ਦੇਖਣਾ ਹੈ ਕਿ ਉਹਨੂੰ ਲਾਇਸੈਂਸ ਦੇਣਾ ਜਾਂ ਨਹੀਂ ਦੇਣਾ। ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰ ਲਈਏ, ਜੂਨ 84 ਦੀ ਤੁਸੀਂ ਗੱਲ ਕੀਤੀ ਹੈ, ਜੂਨ ਆ ਰਹੀ ਹੈ ਮੂਹਰੇ, ਜੂਨ ਦਾ ਮਹੀਨਾ ਆ ਰਿਹਾ ਹੈਗਾ। 5 ਤਰੀਕ ਦੀ ਤੁਸੀਂ ਕਾਲ ਦਿੱਤੀ ਹੋਈ ਹੈ ਜੂਨ 84 ਦੇ ਸੰਬੰਧ ਦੇ ਵਿੱਚ। ਤੁਸੀਂ ਜਿਹੜੀ 5 ਤਰੀਕ ਨੂੰ ਕਾਲ ਦਿੱਤੀ ਹੈ ਅੰਮ੍ਰਿਤਸਰ ਦੇ ਵਿੱਚ, ਕੀ ਉਹ ਕਾਲ ਦੇ ਵਿੱਚ ਕੀ ਪਲਾਨ ਆ ਤੁਹਾਡਾ? ਕਿਵੇਂ ਉਹ ਕਾਲ, ਕਿੱਥੋਂ ਤੁਸੀਂ ਜਿਹੜਾ ਕੋਈ ਮਾਰਚ ਸ਼ੁਰੂ ਕਰਨਾ, ਕੀ ਕਰਨਾ ਉਹਦੇ ਵਿੱਚ, ਉਹ ਡਿਟੇਲ ਦੇ ਵਿੱਚ ਜਿਹੜਾ ਦਰਸ਼ਕਾਂ ਨੂੰ ਜ਼ਰੂਰ ਦੱਸੋ। ਦੇਖੋ, ਸਾਰੀ ਤੁਹਾਡੇ ਮਾਧਿਅਮ ਰਾਹੀਂ ਸਾਰੀ ਸਿੱਖ ਸੰਗਤ ਦੇ ਚਰਨਾਂ ਵਿੱਚ ਹੱਥ ਬੰਨ੍ਹ ਕੇ ਬੇਨਤੀ ਹੈ ਕਿ 5 ਜੂਨ ਨੂੰ ਦਲ ਖਾਲਸਾ ਜਥੇਬੰਦੀ, ਅੰਮ੍ਰਿਤਸਰ ਅਕਾਲੀ ਦਲ, ਵਾਰਸ ਪੰਜਾਬ ਦੇ, ਆਪਣੀ ਸਿੱਖ ਯੂਥ ਆਫ ਅਮਰੀਕਾ, ਤੇ ਇੱਕ ਇੰਗਲੈਂਡ ਤੋਂ ਹੈ ਸਿੱਖ ਜਥੇਬੰਦੀ, ਉਹ ਤੇ ਹੋਰ ਕਈ ਜਥੇਬੰਦੀਆਂ, ਇਹ ਬਹੁਤ ਲੰਬੇ ਸਮੇਂ ਤੋਂ ਉੱਥੇ ਸਮਾਗਮ ਕਰਦੀਆਂ ਨੇ। ਆਪਣੇ ਸ਼ਹੀਦ ਜਿਹੜੇ ਜੂਨ 84 'ਚ ਹੋਏ ਨੇ, ਉਹਨਾਂ ਨੂੰ ਆਪਾਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਤੇ ਇਸ ਵਾਰ ਵੀ ਪਹਿਲਾਂ ਉੱਥੇ ਇੱਕ ਮਾਰਚ ਹੋਊਗਾ ਜਿਹੜਾ ਦਲ ਖਾਲਸਾ ਦੇ ਦਫ਼ਤਰ ਤੋਂ ਚੱਲਦਾ,
ਦਲ ਖਾਲਸਾ ਦੇ ਦਫ਼ਤਰ ਤੋਂ ਚੱਲੂਗਾ। ਵੱਡੀ ਗਿਣਤੀ ਵਿੱਚ ਉਹਦੇ 'ਚ ਨੌਜਵਾਨ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਸ਼ਾਮਲ ਹੁੰਦੇ ਨੇ ਤੇ ਉਹ ਕੱਲ੍ਹ ਤੱਕ ਸਭ ਤੱਕ ਆਉਂਦਾ ਔਰ ਦੂਸਰੇ ਦਿਨ ਸ਼ਹੀਦਾਂ ਨੂੰ ਸ਼ਰਧਾ ਭੇਟ ਕੀਤੀ ਜਾਂਦੀ ਹੈ, ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਨੇ ਔਰ ਉਸ ਤੋਂ ਬਾਅਦ ਸਮਾਪਤੀ ਹੋ ਜਾਂਦੀ ਆ। ਇਹ ਹਰ ਸਾਲ ਇਹ ਕਰਦੀ ਹੈ ਕੌਮ, ਹੈ ਨਾ। ਇਹ ਤਾਂ ਇਹ ਆ ਵੀ ਸਰਕਾਰਾਂ ਨੇ ਇਹਨੂੰ ਐਵੇਂ ਵਧਾ ਚੜਾ ਕੇ ਗੱਲਾਂ ਪੇਸ਼ ਕਰ ਦਿੰਦੀਆਂ ਨੇ। ਜਿਵੇਂ ਹੁਣ ਤੁਸੀਂ ਕਿਹਾ ਵੀ ਲਾਇਸੈਂਸ ਦੇਣ ਨਾ ਦੇਣ, ਜੇ ਲਾਇਸੈਂਸ ਨਹੀਂ ਦੇਣਗੇ, ਸ੍ਰੀ ਸਾਹਿਬ ਦਾ ਤਾਂ ਲਾਇਸੈਂਸ ਨਹੀਂ ਚਾਹੀਦਾ, ਵਰਸ਼ੇ ਦਾ ਤਾਂ ਲਾਇਸੈਂਸ ਨਹੀਂ ਚਾਹੀਦਾ, ਹੈ ਨਾ, ਟਕੂਈਆਂ ਦਾ ਉਹ ਤਾਂ ਆਪਾਂ ਨੂੰ ਰੱਖਣੇ ਚਾਹੀਦੇ ਨੇ ਨਾ। ਇਹ ਜਿਹੜੇ ਹਥਿਆਰਬੰਦ ਹੋਣ ਨੂੰ ਉਹਨਾਂ ਨੇ ਕਿਹਾ, ਇਹ ਕਿਸੇ ਤੇ ਹਮਲਾ ਕਰਨ ਨੂੰ ਨਹੀਂ ਕਿਹਾ, ਉਹ ਤਾਂ ਆਪਣੀ ਆਪਣੀ ਸੁਰੱਖਿਆ ਲਈ, ਹਥਿਆਰ ਆਪਣੀ ਸੁਰੱਖਿਆ ਲਈ ਹੁੰਦਾ ਹੈ। ਇਹਦੀ ਮੈਂ ਤੁਹਾਨੂੰ ਉਦਾਹਰਨ ਦੇ ਦੇਣਾ। ਜੇ ਅੱਜ USA ਦੀ ਤੂਤੀ ਬੋਲਦੀ ਹੈ, ਜੇ USA ਦੀ ਅੱਜ ਪੂਰੇ ਵਰਲਡ 'ਚ ਤੂਤੀ ਬੋਲਦੀ ਹੈ, ਉਹ ਕਾਹਦੇ ਕਰਕੇ ਬੋਲਦੀ ਹੈ? ਹਥਿਆਰਾਂ ਕਰਕੇ ਬੋਲਦੀ ਹੈ, ਕਿਤਾਬਾਂ ਕਰਕੇ ਤਾਂ ਨਹੀਂ ਬੋਲਦੀ। ਤਾਲਿਬਾਨ ਨੇ ਇਹ ਗੱਲ ਸਿੱਧ ਕਰਤੀ ਕਿ ਸ਼ਸਤਰਨ ਕੇ ਅਧੀਨ ਹੈ ਰਾਜ। ਕਿੱਡੀਆਂ ਬੜੀਆਂ ਦੁਨੀਆ ਦੀਆਂ ਪਾਵਰਾਂ, ਰੂਸ, ਫਰਾਂਸ, ਅਮਰੀਕਾ, ਉਹਨਾਂ ਦਾ ਦੇਸ਼ ਦੱਬਣਾ ਚਾਹੁੰਦੇ ਸੀ, ਲੇਕਿਨ ਉਹਨਾਂ ਨੇ ਆਪਣੀ ਸਵੈ ਰੱਖਿਆ ਲਈ ਹਥਿਆਰ ਵਰਤੇ ਨੇ ਨਾ, ਆਪਣੀ ਸਵੈ ਰੱਖਿਆ ਲਈ ਹਥਿਆਰਾਂ ਦਾ ਇਸਤੇਮਾਲ ਕੀਤਾ ਤੇ ਅੱਜ ਉਹ ਆਪਣਾ ਦੇਸ਼ ਆਜ਼ਾਦ ਕਰਾ ਲਿਆ ਉਹਨਾਂ ਨੇ, ਹੈ ਨਾ। ਜਿਹੜੇ ਹਥਿਆਰ ਹੁੰਦੇ ਨੇ ਇਹ ਕਿਸੇ ਨੂੰ ਮਾਰਨ ਵਾਸਤੇ ਜਾਂ ਕਿਸੇ ਨੂੰ ਡਰਾਉਣ ਵਾਸਤੇ ਨਹੀਂ ਹੁੰਦੇ। ਜੇ ਕੋਈ ਚੜ੍ਹ ਕੇ ਆਉਂਦਾ ਉਹਨੂੰ ਤੇਗ, ਵੈਸੇ ਹੈ ਇਹਨੂੰ ਦੇਗ। ਵੈਸੇ ਇਹ ਸਿੱਖੀ 'ਚ ਤਾਂ ਹਥਿਆਰ ਵੈਸੇ ਹੀ ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ ਕਿ ਰੱਖਣੇ ਚਾਹੀਦੇ ਨੇ। ਮੈਂ ਵੀ ਸਾਰੀ ਕੌਮ ਨੂੰ, ਜਥੇਦਾਰ ਸਾਹਿਬ ਦੇ ਇਸ ਗੱਲ ਦੀ ਪੂਰੀ ਜ਼ੋਰਦਾਰ ਹਮਾਇਤ ਕਰਦਾ ਕਿ ਕੌਮ ਨੂੰ ਸ਼ਸਤਰਧਾਰੀ ਹੋਣਾ ਚਾਹੀਦਾ।